पंजाबी नैशनल टीवी ते प्रोग्राम विचार चर्चा देख रहे दर्शकों का स्वागत करते हैं। कोरोना का ग्राफ किधर नूं जा रहा आ? मलेरकोटला नूं 23वां जिला ऐलानण तो बाद सियासी खैबाजी क्यों शुरू हो गई है? पंजाब की राजनीति दे विच इस वेले किहड़ी उथल पुथल चल रही है? इस तो इलावा होर भी बहुत सारे सवालों के जवाब जाणांगे अपने एक्सपर्ट्स कोलों। इस वेले मेरे नाल स्टूडियो च मौजूद ने सरदार कुलदीप सिंह हीर जी ते अमृतपाल शर्मा जी। सत श्री अकाल कुलदीप जी। सत श्री अकाल शर्मा जी। स्वागत करते हैं जी तुहाडा। शुक्रिया जी। कुलदीप जी, सुनिया भी कोरोना के जिहड़े मामले ने वो घटते जा रहे हैं दिनों दिन, की है इस वेले मौजूदा स्थिति? ਇਹ ਉਮੀਦ ਕਰਦੇ ਹਾਂ ਕਿ ਜਿਹੜੀ ਗੱਲ ਤੁਸੀਂ ਪੁੱਛੀ ਹੈ ਕਿ ਘਟਦੇ ਜਾ ਰਹੇ ਨੇ, ਇਹ ਖਬਰ ਅਸੀਂ ਰੋਜ਼ ਸਾਂਝੀ ਕਰੀਏ ਆਪਣੇ ਦਰਸ਼ਕਾਂ ਨਾਲ। ਪਰ ਪਿਛਲੇ ਦਿਨਾਂ ਵਿੱਚ ਜੋ ਹਾਲਾਤ ਹੋਏ ਨੇ, ਮੈਂ ਇਹ ਨਹੀਂ ਕਹਿ ਸਕਦਾ ਕਿ ਕਿਸੇ ਤੋਂ ਲੁਕੇ ਛਿਪੇ ਨਹੀਂ, ਕਿਉਂਕਿ ਲੁਕੇ ਛਿਪੇ ਹਨ। ਇਸ ਤਰ੍ਹਾਂ ਦੇ ਸਬੂਤ ਵੀ ਆ ਰਹੇ ਨੇ। ਗੰਗਾ ਦੇ ਕਿਨਾਰੇ ਦੱਬੀਆਂ ਗਈਆਂ ਲਾਸ਼ਾਂ ਦੇ ਉੱਪਰੋਂ ਜ਼ੋਰਦਾਰ ਪਾਣੀ ਵਗ ਗਿਆ ਜਾਂ ਹਨੇਰੀ ਵਗ ਗਈ ਤੇ ਰੇਤਾ ਉੱਡ ਗਈ ਤੇ ਥੱਲਿਓਂ ਕਬਰਾਂ ਨਿਕਲੀਆਂ ਨੇ। ਜਿਹੜੀ ਗਿਣਤੀ 30, 50, 60, 70, 100, 200 ਤੱਕ ਸੀ, ਉਸ ਦੇ ਮਗਰ ਸਿਫਰ ਇੱਕ ਹੋਰ ਲੱਗ ਗਈ ਤੇ 2000 ਤੱਕ ਦੀ ਗੱਲ ਕੀਤੀ ਜਾ ਰਹੀ ਕਿ 2000 ਦੇ ਲਾਗੇ ਕਬਰ ਜਿਹੜੀ ਹੈ ਉੱਥੋਂ ਲੱਭੀ ਹੈ। ਹੁਣ ਇਸ ਤਰ੍ਹਾਂ ਦੇ ਅੰਕੜੇ ਆਉਣ ਤੇ ਚੰਗੀ ਖਬਰ ਇੱਕ ਛੋਟੀ ਜਿਹੀ ਵੀ ਆਵੇ ਤੇ ਸਾਨੂੰ ਇਸ ਤਰ੍ਹਾਂ ਲੱਗੇਗੀ ਕਿ ਬਹੁਤ ਵੱਡੀ ਗੱਲ ਹੈ। ਜੇ ਭਾਰਤ ਦੇ ਅੰਕੜਿਆਂ ਦੀ ਗੱਲਬਾਤ ਅਸੀਂ ਕਰੀਏ ਤੇ 2,80,000 ਦੇ ਲਗਭਗ ਪਿਛਲੇ 24 ਘੰਟਿਆਂ ਦੇ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ ਇਹ ਤੋਂ ਥੋੜ੍ਹੇ ਬਹੁਤੇ ਘੱਟ ਵੱਧ ਇੰਨੇ ਕੋ ਕੇਸ ਆਏ ਨੇ 2,80,000 ਦੇ ਆਸ-ਪਾਸ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 3.5 ਲੱਖ ਦੇ ਆਸ-ਪਾਸ ਦੱਸੀ ਜਾ ਰਹੀ ਹੈ। ਮੌਤਾਂ ਵੀ 4-5 ਹਜ਼ਾਰ ਦੱਸੀਆਂ ਜਾ ਰਹੀਆਂ ਨੇ। ਇਹੋ ਹਾਲ ਪੰਜਾਬ ਦਾ ਹੈ। ਤਕਰੀਬਨ 6800 ਜਾਂ 6900 ਨਵੇਂ ਕੇਸ ਨੇ ਤੇ 9,500 ਜਾਂ 9,9100 ਦੇ ਆਸ-ਪਾਸ ਠੀਕ ਹੋਏ ਨੇ ਤੇ 200 ਦੇ ਆਸ-ਪਾਸ ਮੌਤ ਦੱਸੀ ਜਾ ਰਹੀ ਹੈ। ਹੁਣ ਇਹ ਅੰਕੜਿਆਂ ਦੀ ਜੇ ਹੇਰ-ਫੇਰ ਨੂੰ ਮੰਨ ਲਈਏ ਤੇ ਇੱਥੇ ਕੁਝ ਸਾਨੂੰ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ। ਡਾਕਟਰ ਗਗਨਦੀਪ ਕੌਰ ਕੰਗ, ਮਸ਼ਹੂਰ ਵਾਇਰੋਲੋਜਿਸਟ, ਜਿਹੜੇ ਕ੍ਰਿਸਚਨ ਮੈਡੀਕਲ ਕਾਲਜ ਵੈਲੋਰ ਦੇ ਵਿੱਚ ਪ੍ਰੋਫੈਸਰ ਨੇ, ਕਰਨਾਟਕ ਸਰਕਾਰ ਨਾਲ ਇੱਕ ਅਹੁਦੇ ਦੇ ਉੱਤੇ ਕੰਮ ਕਰ ਰਹੇ ਨੇ। ਸਿਹਤ ਵਿਭਾਗ ਦਾ ਅਹੁਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ, ਤੇਲੰਗਾਨਾ ਸਰਕਾਰ ਤੇ ਹੋਰਨਾਂ ਸਰਕਾਰਾਂ ਦੇ ਨਾਲ ਰਲ ਕੇ ਟੀਕਾਕਰਨ ਸੰਬੰਧੀ ਮੁਹਿੰਮ ਦੇ ਵਿੱਚ ਸਰਕਾਰਾਂ ਨੂੰ ਸਲਾਹ ਮਸ਼ਵਰਾ ਦੇ ਰਹੇ ਨੇ। ਉਹਨਾਂ ਨੇ WHO ਦੀ ਇੱਕ ਸੰਸਥਾ ਹੈ, ਉਸ ਦੇ ਐਡਵਾਈਜ਼ਰੀ ਪੈਨਲ 'ਤੇ ਵੀ ਕੰਮ ਕੀਤਾ ਹੈ, ਜਿਸ ਦੇ ਵਿੱਚ ਦੁਨੀਆ ਭਰ ਦੇ ਵਿੱਚ ਟੀਕਿਆਂ ਦੇ ਉਤਪਾਦਨ ਅਤੇ ਉਹਨਾਂ ਦੀ ਵਰਤੋਂ ਸੰਬੰਧੀ ਜੋ ਅੰਕੜੇ ਤੇ ਹੋਰ ਸਾਰੀ ਗੱਲਬਾਤ ਹੁੰਦੀ ਹੈ, ਉਸ ਦੇ ਵਿੱਚ ਐਡਵਾਈਜ਼ਰੀ ਬੋਰਡ ਦੇ ਵਿੱਚ ਸਲਾਹਾਂ ਦਿੱਤੀਆਂ ਹੋਈਆਂ ਨੇ ਉਹਨਾਂ ਨੇ। ਸੋ ਬੜਾ ਵੱਡਾ ਉਹਨਾਂ ਦਾ ਰੁਤਬਾ ਹੈ। ਖੁਦ ਡਾਕਟਰ ਨੇ। ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨੇ। ਉਹਨਾਂ ਨੇ ਕੁਝ ਦਿਨ ਪਹਿਲਾਂ, ਤੁਹਾਨੂੰ ਯਾਦ ਹੋਵੇ, ਤੇ ਗੱਲ ਆਖੀ ਸੀ ਕਿ ਭਾਰਤ ਦੇ ਵਿੱਚ ਮਈ 15 ਦੇ ਆਸ-ਪਾਸ ਕੇਸ ਘਟਣੇ ਜਿਹੜੇ ਨੇ ਸ਼ੁਰੂ ਹੋ ਜਾਣਗੇ। ਇਹ ਜਿਹੜਾ ਕੋਵਿਡ ਦਾ ਸਪਾਈਕ ਹੈ ਉਹ ਇਹ ਆਪਣੇ ਸਿਖਰ 'ਤੇ ਪਹੁੰਚ ਚੁੱਕਾ ਹੈ ਤੇ ਇਸ ਤੋਂ ਹੁਣ ਜਾਂ ਸਾਵਾਂ ਹੋਵੇਗਾ ਤੇ ਜਾਂ ਥੱਲੇ ਵੱਲੋਂ ਗ੍ਰਾਫ ਹੋਵੇਗਾ। ਤੇ ਜੇ ਸਰਕਾਰੀ ਅੰਕੜਿਆਂ ਦੀ ਮੰਨ ਲਈਏ, ਇਹ ਲਫ਼ਜ਼ ਬਦਕਿਸਮਤੀ ਨਾਲ ਸਾਨੂੰ ਵਾਰ-ਵਾਰ ਕਹਿਣਾ ਪੈ ਰਿਹਾ ਕਿ ਜੇ ਸਰਕਾਰੀ ਅੰਕੜਿਆਂ ਦੀ ਮੰਨੀਏ ਜਾਂ ਇਹਨਾਂ 'ਤੇ ਯਕੀਨ ਕਰੀਏ, ਇਹ ਕਿਉਂ ਕਹਿਣਾ ਪੈ ਰਿਹਾ ਇਹ ਤੁਸੀਂ ਸਮਝਦੇ ਹੋ। ਤੇ ਉਹਨਾਂ ਦੀ ਜੇ ਮੰਨ ਲਈ ਤੇ ਅੰਕੜੇ ਵਾਕਿਆ ਘਟ ਰਹੇ ਨੇ। ਤੇ ਉਹਨਾਂ ਨੇ ਕੁਝ ਹੋਰ ਵੀ ਗੱਲਾਂ ਕੀਤੀਆਂ ਨੇ, ਡਾਕਟਰ ਗਗਨਦੀਪ ਕੌਰ ਕੰਗ ਨੇ। ਉਹਨਾਂ ਨੇ ਕਿਹਾ ਕਿ ਸਰਕਾਰੀ ਦਾਅਵੇ ਤੇ ਸਾਨੂੰ ਸ਼ੱਕ ਹੈ। ਉਹ ਸ਼ੱਕ ਇਹ ਹੈ ਕਿ 2 ਬਿਲੀਅਨ ਭਾਵ 200 ਕਰੋੜ ਟੀਕਾ ਜਿਹੜਾ ਹੈ ਉਹ ਅਗਸਤ ਤੋਂ ਲੈ ਕੇ ਦਸੰਬਰ ਤੱਕ ਅਸੀਂ ਪੈਦਾ ਕਰ ਲਵਾਂਗੇ, ਭਾਵ ਕਿ ਦੋਹਰੀ ਡੋਜ਼ ਵੀ ਜਿਹਨੂੰ ਲੱਗਣੀ ਹੈ ਉਸ ਦਾ 95% ਅਸੀਂ ਕਵਰ ਕਰ ਲਵਾਂਗੇ। ਉਹਨਾਂ ਨੇ ਕਿਹਾ ਕਿ ਸੰਭਵ ਨਹੀਂ ਜਾਪਦਾ, ਕਿਉਂਕਿ ਪਿਛਲੇ ਸਾਲ ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਅਸੀਂ 100 ਮਿਲੀਅਨ ਡੋਜ਼ ਆ ਜਿਹੜੀ ਆ ਉਹ ਪੈਦਾ ਕਰ ਲਵਾਂਗੇ ਬਹੁਤ ਛੇਤੀ ਦਸੰਬਰ ਤੱਕ। ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕਿਹਾ ਸੀ ਕਿ 100 ਮਿਲੀਅਨ ਤੇ ਭਾਰਤ ਬਾਇਓਟੈਕ ਨੇ ਕਿਹਾ ਸੀ ਕਿ 10 ਮਿਲੀਅਨ ਡੋਜ਼ ਅਸੀਂ ਪੈਦਾ ਕਰ ਲਵਾਂਗੇ ਤੇ ਉਹ ਹੋਈ ਨਹੀਂ। ਜਾਂ ਕਿੱਥੇ ਗਈ ਇਸ ਗੱਲ ਦਾ ਤਾਂ ਉਹ ਜਾਣਦੇ ਨੇ। ਪਰ ਨਾਲ ਦੀ ਨਾਲ ਉਹਨਾਂ ਨੇ ਗੱਲ ਆਖੀ ਕਿ ਜੇ ਉਹਨਾਂ ਦੀ ਬਣਾਉਣ ਵਾਲੀ ਟੀਕੇ ਬਣਾਉਣ ਵਾਲੀ ਫੈਸਿਲਿਟੀ ਹੈ ਜਿਹੜੀ, ਜੇ ਉਸ ਦੇ ਉਤਪਾਦਨ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਤਾਂ ਫਿਰ ਟੀਕੇ ਕਿੱਥੋਂ ਆਉਣਗੇ। ਸਰਕਾਰ ਹਾਲਾਂਕਿ ਭਾਵੇਂ ਕਹਿ ਚੁੱਕੀ ਹੈ ਅਸੀਂ 3,000 ਕਰੋੜ ਜਾਂ 2,000 ਕਰੋੜ ਜਿਹੜੇ ਹਨ ਇਹਨਾਂ ਸੰਸਥਾਵਾਂ ਨੂੰ ਦੇ ਚੁੱਕੇ ਹਾਂ, ਪਰ ਟੀਕਿਆਂ ਦੀ ਗਿਣਤੀ ਦੇ ਮਾਮਲੇ ਦੇ ਵਿੱਚ, ਟੀਕੇ ਲਾਉਣ ਦੀ ਰਫ਼ਤਾਰ ਦੇ ਵਿੱਚ ਤੇ ਟੀਕਿਆਂ ਦਾ ਸਿਸਟਮ ਅਪਣਾਉਣ ਦੇ ਵਿੱਚ ਸਰਕਾਰੀ ਨਾਕਾਮੀ ਦੀ ਉਹ ਗੱਲ ਕਰਦੇ ਨੇ। ਉਹਨਾਂ ਨੇ ਕਿਹਾ ਕਿ ਮੈਨੂੰ ਲੂਣ ਦੀ ਚੁਟਕੀ ਦੇ ਨਾਲ, ਗ੍ਰੇਨ ਆਫ ਸਾਲਟ ਦੇ ਨਾਲ ਇਹ ਗੱਲ ਜਿਹੜੀ ਹੈ ਸਰਕਾਰ ਦੀ ਮੰਨਣ ਦੇ ਵਿੱਚ ਮੁਸ਼ਕਿਲ ਹੋ ਰਹੀ ਹੈ ਕਿ ਸਰਕਾਰ ਜਿਹੜੀ ਕਹਿ ਰਹੀ ਕਿ ਅਸੀਂ ਇਸ ਸਾਲ ਦੇ ਅੰਤ ਤੱਕ 95 ਕਰੋੜ ਆਬਾਦੀ ਨੂੰ ਅਸੀਂ ਇੱਕ ਡੋਜ਼ ਘੱਟੋ ਘੱਟ ਹੈ ਤੇ ਬਹੁਤੀ ਨੂੰ ਡਬਲ ਡੋਜ਼ ਜਿਹੜੀ ਹੈ ਉਹ ਲਾ ਚੁੱਕੇ ਹੋਵਾਂਗੇ।
ਉਹਨਾਂ ਕਿਹਾ ਅਗਰ ਇਹ ਹੋ ਜਾਂਦਾ ਹੈ ਤੇ ਬਹੁਤ ਵੱਡੀ ਮਾਰਕੇ ਵਾਲੀ ਗੱਲ ਹੈ, ਪਰ ਟੀਕਾਕਰਨ ਦੇ ਮਾਮਲੇ ਦੇ ਵਿੱਚ ਭਾਰਤ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਪਛੜਿਆ ਹੋਇਆ ਹੈ। ਹੁਣ ਟੀਕੇ ਕਈ ਤਰ੍ਹਾਂ ਦੇ ਆ ਰਹੇ ਨੇ, ਉਹਨਾਂ ਤੇ ਵੀ ਕਿੰਤੂ ਪ੍ਰੰਤੂ ਕੀਤਾ ਸੀ। ਮੈਂ ਇਹ ਨਹੀਂ ਕਹਿ ਰਿਹਾ ਕਿ ਜੋ ਡਾਕਟਰ ਗਗਨਦੀਪ ਕੌਰ ਕੰਗ ਕਹਿ ਰਹੇ ਨੇ ਉਹ 100% ਸਹੀ ਹੋਵੇਗਾ ਜਾਂ ਉਸਦੇ ਸਹੀ ਹੋਣ ਦੀ ਕੀ ਉਮੀਦ ਹੈ। ਜਦੋਂ ਟੀਕਿਆਂ ਦੀ ਖੋਜ ਆਈ ਤਾਂ ਜਿਹੜਾ ਐਸਟਰਾਜ਼ੈਨੇਕਾ ਦਾ ਟੀਕਾ ਹੈ ਕੋਵਿਸ਼ੀਲਡ, ਉਸ ਨੂੰ ਤੇ ਉਹਨਾਂ ਨੇ ਆਖਿਆ ਕਿ ਇਹ ਠੀਕ ਹੈ, ਇਸ ਦੇ ਟਰਾਇਲ ਮੁਕੰਮਲ ਹੋਏ ਨੇ ਤੇ ਇਸ ਨੂੰ ਭਾਰਤ ਵਿੱਚ ਜਾਂ ਕਿਤੇ ਵੀ ਵਰਤਣ ਦੀ ਇਜਾਜ਼ਤ ਮਿਲੀ ਹੈ ਤੇ ਉਹ ਸਹੀ ਮਿਲੀ ਹੈ। ਜਦੋਂ ਕੋਵੈਕਸਿਨ ਦੀ ਗੱਲ ਆਈ, ਭਾਰਤ ਬਾਇਓਟੈਕ ਨੇ ਜੋ ਬਣਾਇਆ, ਉਹਨਾਂ ਨੇ ਕਿਹਾ ਕਿ ਇਸ ਟੀਕੇ ਦੇ ਪੂਰੇ ਟਰਾਇਲ ਨਹੀਂ ਹੋਏ ਤੇ ਇਸ ਨੂੰ ਇਸ ਤਰ੍ਹਾਂ ਕਾਹਲੀ ਨਾਲ ਮਾਰਕੀਟ ਦੇ ਵਿੱਚ ਉਤਾਰ ਦੇਣਾ ਤੇ ਟੀਕੇ ਲਾ ਦੇਣੇ, ਉਹ ਸਹੀ ਨਹੀਂ। ਪਰ ਹੁਣ ਉਹਨਾਂ ਨੇ ਥੋੜ੍ਹਾ ਜਿਹਾ ਬਿਆਨ ਬਦਲੀ ਕੀਤਾ ਹੈ, ਕਿਉਂਕਿ ਇਸ ਦੇ ਟਰਾਇਲ ਜਦੋਂ ਇਨਸਾਨਾਂ ਦੇ ਲੱਗਣੇ ਸ਼ੁਰੂ ਹੋ ਗਏ ਫਿਰ ਟਰਾਇਲ ਤੇ ਆਪਣੇ ਆਪ ਹੋ ਜਾਂਦਾ। ਹਾਲ ਦੀ ਘੜੀ ਕੋਵੈਕਸਿਨ ਵੀ ਵਧੀਆ ਟੀਕਾ ਮੰਨਿਆ ਜਾ ਰਿਹਾ, ਖਾਸ ਤੌਰ ਤੇ ਛੋਟੀ ਉਮਰ ਦੇ ਵਿੱਚ ਵਧੀਆ ਕੰਮ ਕਰ ਰਿਹਾ, ਇਸ ਤਰ੍ਹਾਂ ਮੰਨਿਆ ਜਾ ਰਿਹਾ, ਮਾਹਿਰਾਂ ਵੱਲੋਂ ਇਹ ਗੱਲ ਆਖੀ ਗਈ ਹੈ। ਸੋ ਭਾਰਤ ਦਾ ਸਵਦੇਸ਼ੀ ਟੀਕਾ ਜਿਹੜਾ ਆਪਣਾ ਬਣਾਇਆ ਹੋਇਆ ਉਹ ਵੀ ਕਾਮਯਾਬੀ ਦੇ ਵਿੱਚ ਅੱਗੇ ਵਧ ਰਿਹਾ। ਹੁਣ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ DRDO ਵੱਲੋਂ ਐਂਟੀ ਕੋਵਿਡ ਦਵਾਈ ਵੀ ਜਾਰੀ ਕੀਤੀ ਗਈ, ਉਹਦੀ ਗੱਲ ਬਾਅਦ ਵਿੱਚ ਹੋਵੇਗੀ। ਪਰ ਨਾਲ ਦੀ ਨਾਲ ਕੁਝ ਹੋਰ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ। ਸਪੁਟਨਿਕ ਦਾ ਟੀਕਾ ਜਿਹੜਾ ਹੈ, ਸਪੁਟਨਿਕ ਜਾਂ ਸਪੁਟਨਿਕ, ਉਹ ਜਿਹੜਾ ਹੈ ਭਾਰਤ ਦੇ ਵਿੱਚ ਲਿਆਂਦਾ ਜਾ ਰਿਹਾ ਤੇ ਉਸ ਦੀਆਂ ਖੇਪਾਂ ਆ ਗਈਆਂ ਨੇ ਤੇ ਉਹ ਟੀਕੇ ਲਾਉਣੇ ਸ਼ੁਰੂ ਜਿਹੜੇ ਨੇ ਕੀਤੇ ਗਏ ਨੇ। ਨਾਲ ਦੀ ਨਾਲ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਕਿ ਉਸ ਦਾ ਉਹ ਵਰਸ਼ਨ ਵੀ ਲਿਆਂਦਾ ਜਾਵੇ ਜਿਸ ਨਾਲ ਇੱਕੋ ਹੀ ਡੋਜ਼ ਲੱਗੇਗੀ ਤੇ ਦੂਸਰੀ ਦੀ ਲੋੜ ਨਹੀਂ ਪੈਗੀ। ਜੌਨਸਨ ਐਂਡ ਜੌਨਸਨ ਦਾ ਟੀਕਾ ਵੀ ਇਸੇ ਤਰ੍ਹਾਂ ਹੀ ਹੈ, ਪਰ ਉਹ ਭਾਰਤ ਵਿੱਚ ਅਵੇਲੇਬਲ ਨਹੀਂ ਹੈ ਜੌਨਸਨ ਐਂਡ ਜੌਨਸਨ ਦਾ। ਇਸੇ ਤਰ੍ਹਾਂ ਜ਼ਾਈਡਸ ਕੰਪਨੀ ਦਾ ਇੱਕ ਜਿਹੜਾ ਹੈ ਟੀਕਾ ਹੈ, ਉਸ ਦੀ ਗੱਲ ਕਰਦੇ ਹਾਂ। ਉਹ ਕਿਹਾ ਜਾ ਰਿਹਾ ਕਿ DNA ਬੇਸਡ ਇੱਕ ਜ਼ਾਈਡਸ ਦਾ ਟੀਕਾ ਹੈ ਤੇ ਡਾਕਟਰ ਕੰਗ ਨੇ ਇਹ ਗੱਲ ਕਹੀ ਹੈ ਕਿ ਉਹ ਟੀਕੇ ਦੀ ਮਨਜ਼ੂਰੀ ਬਾਰੇ ਮੈਨੂੰ ਥੋੜ੍ਹੀ ਜਿਹੀ ਅਜੇ ਕੁਝ ਸ਼ੰਕੇ ਨੇ, ਕਿਉਂਕਿ DNA ਬੇਸਡ ਟੀਕਿਆਂ ਤੇ ਪਹਿਲਾਂ ਮਨਜ਼ੂਰੀ ਭਾਰਤ ਵਿੱਚ ਕਦੇ ਨਹੀਂ ਦਿੱਤੀ ਗਈ। ਨਾਲ ਦੀ ਨਾਲ ਇੱਕ ਕੰਪਨੀ ਦਾ ਟੀਕਾ ਜਿਹੜਾ ਹੈ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਨੱਕ ਦੇ ਜ਼ਰੀਏ ਜਿਹੜਾ ਹੈ ਉਹ ਸਪਰੇਅ ਹੈ ਉਹ ਦਿੱਤੀ ਜਾਵੇਗੀ। ਉਹਨਾਂ ਨੇ ਇਹ ਗੱਲ ਕੀ ਹੈ ਕਿ ਠੀਕ ਹੈ, ਕੰਮ ਸੌਖਾ ਜਾਪਦਾ ਹੈ ਤੇ ਜਾਦੂਮਈ ਕੰਮ ਹੋਵੇਗਾ ਅਗਰ ਇਹ ਕਾਮਯਾਬ ਹੋ ਜਾਂਦਾ ਹੈ, ਪਰ ਇਸ ਤੇ ਵੀ ਉਹਨਾਂ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਨੱਕ ਦੇ ਜ਼ਰੀਏ ਆਮ ਤੌਰ ਤੇ ਟੀਕੇ ਪੁਰਾਣੇ ਰਿਕਾਰਡ ਮੁਤਾਬਕ ਵਧੀਆ ਕੰਮ ਨਹੀਂ ਕਰਦੇ। ਸੋ ਜੇ ਇਹ ਕੰਮ ਕਰ ਜਾਂਦਾ ਤਾਂ ਖਰੀ ਵਾਵਾ, ਨਹੀਂ ਤੇ ਹਾਲਾਤ ਸਾਨੂੰ ਫਿਰ ਉੱਥੇ ਮੁੜ ਕੇ ਆਉਣਾ ਪਵੇਗਾ ਕਿ ਜਿਹੜੇ ਟੀਕੇ ਸਾਡੇ ਕੋਲ ਟਰਾਇਲ ਮੁਕੰਮਲ ਕਰ ਚੁੱਕੇ ਨੇ ਉਹਨਾਂ ਤੇ ਸਾਨੂੰ ਯਕੀਨ ਹੈ, ਦੁਨੀਆ ਨੇ ਉਸ ਤੇ ਮੋਹਰ ਲਾਈ ਹੋਈ ਹੈ, ਸਾਨੂੰ ਉਹੀ ਸਾਡੇ ਇੱਥੇ ਭਾਰਤ ਵਾਸੀਆਂ ਨੂੰ ਲਾਉਣੇ ਪੈਣਗੇ। ਤੇ ਅੰਕੜਿਆਂ ਦੇ ਹੇਰ ਫੇਰ ਵਿੱਚ ਉਹ ਬਹੁਤਾ ਜਾਂਦੇ ਨਹੀਂ, ਪਰ ਉਹਨਾਂ ਨੇ ਕਿਹਾ ਕਿ ਇੰਨੇ ਟੀਕੇ ਪੈਦਾ ਕਰ ਲੈਣਾ, ਇਹ ਥੋੜ੍ਹੀ ਜਿਹੀ ਨਾ ਇਹ ਗੱਲ ਤੇ ਯਕੀਨ ਨਹੀਂ ਹੋ ਰਿਹਾ। ਸ਼ਰਮਾ ਜੀ, ਜੇ DRDO ਦੀ ਦਵਾਈ ਦੀ ਜੇ ਗੱਲ ਕਰੀਏ ਜਿਹਨੂੰ ਸੰਜੀਵਨੀ ਮੰਨਿਆ ਜਾ ਰਿਹਾ ਕਰੋਨਾ ਮਰੀਜ਼ਾਂ ਲਈ, ਤੇ ਉਹਦੇ ਬਾਰੇ ਕੀ ਅਪਡੇਟ ਹੈ? ਜੇ ਆਪਾਂ DRDO ਦੀ ਜਿਹੜੀ ਦਵਾਈ ਆ 2DG 2-ਡੀਆਕਸੀ ਤੇ 2-ਗਲੂਕੋਜ਼ ਉਹਦੀ ਗੱਲ ਕਰੀਏ ਸਵਲੀਨ ਜੀ, ਤੇ ਉਸ ਦਵਾਈ ਦੀ ਲਾਂਚਿੰਗ ਕਰ ਦਿੱਤੀ ਗਈ ਆ। ਕਿਹਾ ਗਿਆ ਹੈ ਕਿ DRDO ਦੀ ਜਿਹੜੀ ਇੱਕ ਫਰਮ ਹੈ INMAS, ਜਿਹੜੀ ਉਹਨਾਂ ਦੀ ਮੈਡੀਕਲ ਰਿਸਰਚ ਦਾ ਵਿੰਗ ਹੈ, ਉਹਨਾਂ ਨੇ ਇਹ ਦਵਾਈ ਬਣਾਈ ਹੈ। ਡਾਕਟਰ ਅਨੰਤਾ ਤੇ ਡਾਕਟਰ ਰੰਜਨ ਭੱਟ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਵਿੱਚ ਉਹ ਜਿਹੜੇ ਦੋ ਮੁਖੀ ਨੇ, ਉਹਨਾਂ ਨੇ ਇਹ ਦਵਾਈ ਜਿਹੜੀ ਹੈ ਤਿਆਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇੱਕ ਪਾਊਡਰ ਦਾ ਫਾਰਮ ਹੈ ਜਿਹਨੂੰ ਪਾਣੀ ਦੇ ਵਿੱਚ ਘੋਲ ਕੇ ਪੀਣਾ ਹੈ, ਤੇ ਉਹ ਜਿਹੜੇ ਉਹਨਾਂ ਨੇ ਟਰਾਇਲ ਕੀਤੇ ਨੇ ਉਹਨਾਂ ਮਰੀਜ਼ਾਂ ਲਈ ਉਹ ਬਹੁਤ ਚੰਗੇ ਟਰਾਇਲ ਰਹੇ ਨੇ ਜਿਹੜੇ ਇਹ ਤੋਂ ਬਿਮਾਰ ਸੀ ਜਾਂ ਬਹੁਤ ਗੰਭੀਰ ਰੂਪ 'ਚ ਬਿਮਾਰ ਸੀ। ਉਹਨਾਂ ਨੇ ਇਹ ਵੀ ਕਿਹਾ ਕਿ 5 ਤੋਂ 7 ਡੋਜ਼ ਜਿਹੜੇ ਉਸ ਦਵਾਈ ਦੇ ਲੈਣ ਤੋਂ ਬਾਅਦ ਜਿਹੜੇ ਮਰੀਜ਼ ਆ ਉਹ ਬਾਕੀ ਮਰੀਜ਼ਾਂ ਨਾਲੋਂ 3 ਦਿਨ ਪਹਿਲਾਂ ਠੀਕ ਹੋਏ ਆ। ਪਰ ਉਹਦੀ ਜਿਹੜੀ ਅਵੇਲੇਬਿਲਿਟੀ ਆ ਉਹਦੇ ਤੇ ਹਾਲੇ ਸ਼ੰਕੇ ਜਿਹੜੇ ਬਰਕਰਾਰ ਆ, ਕਿਉਂਕਿ ਦਵਾਈ ਦੀ ਟਰਾਇਲ ਪੂਰੇ ਹੋ ਗਏ ਆ, ਲਾਂਚ ਜ਼ਰੂਰ ਕਰ ਦਿੱਤੀ ਗਈ ਹੈ। ਜਿੱਦਾਂ ਅਸੀਂ ਦੇਖਦੇ ਹਾਂ ਬਾਜ਼ਾਰ ਦੇ ਵਿੱਚ ਕੋਈ ਕਾਰ ਦਾ ਮਾਡਲ ਜਿਹੜਾ ਲਾਂਚ ਕਰ ਦਿੱਤਾ ਜਾਂਦਾ, ਉਹਦੀ ਘੁੰਡ ਚਕਾਈ ਕਰ ਦਿੱਤੀ ਜਾਂਦੀ ਆ, ਫੋਟੋਆਂ ਉਹਦੀਆਂ ਖਿੱਚ ਲਈਆਂ ਜਾਂਦੀਆਂ, ਪਰ ਉਸ ਤੋਂ ਬਾਅਦ ਫਿਰ ਉਹਦੀ ਬੁਕਿੰਗ ਲੈਣੀ ਸ਼ੁਰੂ ਕਰਦੇ ਆ ਤੇ ਉਹਦੀ ਅਵੇਲੇਬਿਲਿਟੀ ਜਿਹੜੀ ਆ ਜਾਂ ਕਸਟਮਰਾਂ ਨੂੰ ਉਹ ਕਾਰ ਮਿਲਣੀ ਕਦੋਂ, ਉਹਦੇ ਬਾਰੇ ਫਿਰ ਬਾਅਦ ਵਿੱਚ ਤਰੀਕਾਂ ਦਿੱਤੀਆਂ ਜਾਂਦੀਆਂ। ਇਸੇ ਤਰ੍ਹਾਂ ਦੋ ਭਾਰਤ ਦੇ ਵੱਡੇ ਮੰਤਰੀ ਸੀ ਉੱਥੇ ਉਸ ਮੌਕੇ ਦੇ ਉੱਤੇ ਸ਼ਾਮਲ ਸੀ, ਡਾਕਟਰ ਹਰਸ਼ਵਰਧਨ ਜੀ ਜਿਹੜੇ ਸਿਹਤ ਮੰਤਰੀ ਨੇ, ਤੇ ਦੂਸਰੇ ਸੀਗੇ ਨਾਲ ਉਹਦੇ ਰਾਜਨਾਥ ਸਿੰਘ ਜਿਹੜੇ ਰੱਖਿਆ ਮੰਤਰੀ। ਉਹਨਾਂ ਨੇ ਉਹ ਫੋਟੋਆਂ ਤੇ ਖਿਚਾ ਲਈਆਂ ਨੇ ਉਸ ਦਵਾਈ ਦੇ ਨਾਲ। ਉਸ ਦਵਾਈ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਵੀ ਡਾਕਟਰ ਰੈਡੀ ਲੈਬੋਰਟਰੀਜ਼ ਨੇ ਕਰਨੀ ਆ, ਜਿਹਦੀ ਆਪਾਂ ਹੁਣੇ ਗੱਲ ਕਰਦੇ ਸੀ, ਜਿਨ੍ਹਾਂ ਨੇ ਸਪੁਤਨਿਕ ਬਣਾ ਕੇ ਇੱਥੇ ਜਿਹੜੀ ਆ ਦੇਣੀ ਆ। ਪਰ ਉਹ ਫਿਰ ਦਵਾਈ ਬਾਰੇ ਇਹ ਦੱਸਿਆ ਜਾ ਰਿਹਾ ਕਿ ਉਹਨੂੰ ਹਾਲੇ ਤੱਕ ਬਾਜ਼ਾਰ ਦੇ ਵਿੱਚ ਆਉਣ ਲਈ ਜਿਹੜਾ ਟਾਈਮ ਜ਼ਰੂਰ ਲੱਗੇਗਾ। ਪਰ ਜੇ DRDO ਦੀ ਗੱਲ ਮੰਨੀਏ, ਕਿਉਂਕਿ ਬਹੁਤ ਭਰੋਸੇਯੋਗ ਸੰਸਥਾ ਆ ਭਾਰਤ ਦੀ, ਡਿਫੈਂਸ ਨਾਲ ਰਿਸਰਚ ਨਾਲ ਜੁੜੀ ਹੋਈ ਸੰਸਥਾ ਹੈ ਤੇ ਬਹੁਤ ਚੰਗਾ ਕੰਮ ਕਰਦੀ ਹੈ, ਜੇ ਉਹਨਾਂ ਦੇ ਟਰਾਇਲਸ ਨੂੰ ਆਪਾਂ ਵਿਸ਼ਵਾਸ ਲਈ ਮੰਨ ਲਈਏ ਤੇ ਫਿਰ ਉਹ ਜਿਹੜੀ ਦਵਾਈ ਆ ਉਹ ਸਾਰੀ ਦੁਨੀਆ ਦੇ ਵਿੱਚ ਬਹੁਤ ਚੰਗੀ ਜਿਹੜੀ ਡਰੱਗ ਆ ਉਹ ਸਾਬਤ ਹੋਵੇਗੀ। ਪਰ ਉਹਦੇ ਲਈ ਹਾਲੇ ਤੱਕ ਵੇਟ ਕਰਨੀ ਪਊਗੀ। ਤੇ ਉਹਦੀ ਪ੍ਰਾਈਸ ਦੇ ਬਾਰੇ 'ਚ ਵੀ ਡਾਕਟਰਾਂ ਦਾ ਇਹ ਕਹਿਣਾ ਸੀਗਾ ਜਿਨ੍ਹਾਂ ਨੇ ਬਣਾਈ ਆ ਕਿ ਇਹ 500 ਤੋਂ 600 ਰੁਪਏ ਤੱਕ ਜਿਹੜੀ ਇੱਕ ਕਾਸਟ ਕਰਦੀ ਆ, ਤੇ ਜਦੋਂ ਇਹਦੀ ਪ੍ਰੋਡਕਸ਼ਨ ਵਧੇਗੀ ਫਿਰ ਹੋ ਸਕਦਾ ਕਿ ਉਹਦੀ ਜਿਹੜੀ ਕੀਮਤ ਕੁਝ ਘਟ ਵੀ ਜਾਵੇ। ਪਰ ਜੇ ਅਸੀਂ ਬਿਮਾਰੀ ਦੀ ਗੰਭੀਰਤਾ ਨੂੰ ਲੈ ਕੇ ਤੇ ਉਹਦੀ ਕੀਮਤ ਨੂੰ ਲੈ ਕੇ ਦੇਖੀਏ ਤੇ 500-600 ਰੁਪਏ ਦੀ ਜੇ ਇੱਕ ਡੋਜ਼ ਹੈ, ਜੇ 5 ਜਾਂ 6 ਡੋਜ਼ ਜਾਂ 7 ਡੋਜ਼ ਵੀ ਲੱਗਦੀਆਂ ਨੇ ਤੇ ਕੋਈ ਬਹੁਤ ਮਹਿੰਗੀ ਨਹੀਂ, ਤੇ ਉਹਨੂੰ ਲੈਣਾ ਵੀ ਸੌਖਾ ਹੈ।
ਪਰ ਹੁਣ ਗੱਲ ਇਸ ਗੱਲ ਤੇ ਹੈ ਕਿ ਡਾਕਟਰ ਰੈਡੀ ਲੈਬੋਰਟਰੀਜ਼ ਹੀ ਉਹਨੂੰ ਬਰਤਨ ਬਣਾਉਣਗੀ ਜਾਂ ਫਿਰ ਬਾਕੀ ਦਵਾਈਆਂ ਦੀਆਂ ਕੰਪਨੀਆਂ ਨੂੰ ਵੀ ਉਹਦੇ ਬਣਾਉਣ ਦੇ ਜਿਹੜੇ ਆ ਹੱਕ ਹਕੂਕ ਦਿੱਤੇ ਜਾਣਗੇ ਕਿ ਨਹੀਂ। ਜਿੱਦਾਂ ਟੀਕਿਆਂ ਨੂੰ ਲੈ ਕੇ ਹੁਣੀ ਕੁਲਦੀਪ ਜੀ ਦੱਸਦੇ ਸੀਗੇ ਸਾਰੀ ਦੁਨੀਆ ਦੇ ਵਿੱਚ ਬੜਾ ਰੇੜਕਾ ਬਣਿਆ ਹੋਇਆ ਕਿ ਕਿੱਦਾਂ ਬਣਨੇ ਨੇ, ਕਿਵੇਂ ਬਣਨੇ ਨੇ, ਕਿੱਥੇ ਤੱਕ ਪਹੁੰਚਣੇ ਨੇ। ਅੱਜ ਹੀ WHO ਨੇ ਇਸ ਗੱਲ ਦੀ ਗੱਲ ਕੀਤੀ ਆ ਕਿ ਅਮੀਰ ਦੇਸ਼ਾਂ ਨੂੰ ਉਹਨਾਂ ਨੇ ਇੱਕ ਰਿਕੁਐਸਟ ਕੀਤੀ ਆ ਕਿ ਛੋਟੇ ਬੱਚਿਆਂ ਨੂੰ ਟੀਕੇ ਲਾਉਣ ਦੇ ਨਾਲੋਂ ਜੇ ਉਹ ਵੱਡੇ ਜਿਹੜੇ ਦੇਸ਼ ਨੇ, ਵਿਕਾਸਸ਼ੀਲ ਦੇਸ਼ ਨੇ, ਜਿਨ੍ਹਾਂ ਨੇ ਬਹੁਤ ਸਾਰੀਆਂ ਡੋਜ਼ਸ ਜਿਹੜੀਆਂ ਇਹਦੀਆਂ ਖਰੀਦ ਕੇ ਰੱਖ ਲਈਆਂ ਨੇ, ਜੇ ਉਹ ਉਹਨਾਂ ਦੇਸ਼ਾਂ ਨੂੰ ਦਾਨ ਕਰ ਦੇਣ ਜਾਂ ਦਵਾਈ ਹੋਰ ਦੇਸ਼ਾਂ ਨੂੰ ਸਪਲਾਈ ਕਰਨ ਤੇ ਉਹ ਚੰਗਾ ਹੋਵੇਗਾ ਜੀ। ਤੇ ਦੂਸਰੀ ਗੱਲ ਇਹਦੇ 'ਚ ਇਹ ਵੀ ਆ ਕਿ ਜਿੱਦਾਂ ਕੁਲਦੀਪ ਜੀ ਨੇ ਗੱਲ ਕੀਤੀ ਕਿ ਸਿਰਫ 2 ਜਿਹੜੀਆਂ ਕੰਪਨੀਆਂ ਆ ਉਹ ਦਵਾਈ ਬਣਾ ਰਹੀਆਂ ਟੀਕੇ ਦੀ ਜੇ ਗੱਲ ਕਰੀਏ, ਭਾਰਤ ਬਾਇਓਟੈਕ ਤੇ ਸੀਰਮ ਇੰਸਟੀਚਿਊਟ। ਤੇ ਬੀਤੇ ਦਿਨੀ ਅਖਬਾਰਾਂ ਨੇ ਇਹ ਗੱਲ ਜ਼ਾਹਿਰ ਕੀਤੀ ਸੀ ਕਿ 17-18 ਵੱਡੀਆਂ ਕੰਪਨੀਆਂ ਨੇ ਹਿੰਦੁਸਤਾਨ 'ਚ ਜਿਹੜੀਆਂ ਇਸ ਦਵਾਈ ਦੀ ਪ੍ਰੋਡਕਸ਼ਨ ਕਰ ਸਕਦੀਆਂ। ਪਰ ਇਹਦੇ ਪਿੱਛੇ ਫਿਰ ਵਪਾਰਕ ਹੱਕ ਵੀ ਲੁਕੇ ਹੋਏ ਨੇ। ਪਰ ਜੇ ਸਰਕਾਰ ਇਸ ਕੰਮ ਲਈ ਸੀਰੀਅਸ ਹੋਵੇ, ਬਾਕੀ ਦੀਆਂ ਦਵਾਈਆਂ ਦੀਆਂ ਕੰਪਨੀਆਂ ਨੂੰ ਵੀ ਇਹ ਅਧਿਕਾਰ ਦਿੱਤੇ ਜਾਣ। ਦੁਨੀਆ ਤੋਂ ਤਾਂ ਅਸੀਂ ਡਿਮਾਂਡ ਕਰਦੇ ਹਾਂ ਕਿ ਪੇਟੈਂਟ ਤੋਂ ਲਾਂਭੇ ਕਰ ਦਈਏ। ਜੇ ਭਾਰਤ ਵਿੱਚ ਹੀ ਇਹ ਕੰਮ ਠੀਕ ਹੋ ਜਾਏ ਤੇ ਫਿਰ ਜਿਹੜਾ 200 ਕਰੋੜ ਦਾ ਅੰਕੜਾ ਆ ਉਹ ਦਸੰਬਰ ਤੱਕ ਛੂਹਿਆ ਜਾ ਸਕਦਾ, ਨਹੀਂ ਤਾਂ ਉਹ ਸਰਕਾਰ ਦੀਆਂ ਬਾਕੀ ਗੱਲਾਂ ਵਾਂਗ ਇੱਕ ਗਾਪੀ ਸਾਬਤ ਹੋਵੇਗਾ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਕਰੋਨਾ ਖਿਲਾਫ ਜੰਗ ਚੱਲ ਰਹੀ ਹੈ ਤੇ ਪ੍ਰਮੁੱਖ ਵਿਗਿਆਨੀ ਨੇ ਅਸਤੀਫਾ ਦੇ ਦਿੱਤਾ ਹੈ ਤੇ ਕੀ ਕਾਰਨ ਬਣਿਆ ਉਹਨਾਂ ਦੇ ਅਸਤੀਫੇ ਦਾ? 62 ਸਾਲ ਉਹਨਾਂ ਦੀ ਉਮਰ ਹੈ ਤੇ ਡਾਕਟਰ ਸ਼ਾਹਿਦ ਜਮੀਲ ਉਹਨਾਂ ਦਾ ਨਾਮ ਹੈ ਜੀ। ਉਹ ਬਹੁਤ ਇੱਕ ਵੱਡੀ ਉੱਚੀ ਵਕਾਰੀ ਸੰਸਥਾ ਦੇ ਪੜ੍ਹੇ ਹੋਏ ਨੇ ਕਾਨਪੁਰ ਤੋਂ। ਉਸ ਤੋਂ ਬਾਅਦ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਵਿੱਚੋਂ ਉਹਨਾਂ ਨੇ PhD ਕੀਤੀ ਹੋਈ ਹੈ। ਬਹੁਤ ਸੰਸਥਾਵਾਂ ਦੀ ਘੱਟੋ ਘੱਟ 4 ਵੱਡੀਆਂ ਸਾਇੰਸ ਦੀਆਂ ਖੋਜ ਸੰਸਥਾਵਾਂ ਦੀ ਭਾਰਤ ਦੇ ਵਿੱਚ ਉਹਨਾਂ ਕੋਲ ਫੈਲੋਸ਼ਿਪ ਹੈ ਜੀ। ਸ਼ਾਂਤੀ ਸਰੂਪ ਭਟਨਾਗਰ ਅਵਾਰਡ ਵੀ ਵਕਾਰੀ ਪੁਰਸਕਾਰ ਉਹਨਾਂ ਨੂੰ ਮਿਲਿਆ ਹੋਇਆ। ਤੇ ਉਹ ਜਦੋਂ ਕੋਈ ਗੱਲ ਕਰਦੇ ਨੇ ਫਿਰ ਇਹੋ ਜਿਹੇ ਲੋਕ ਤੇ ਫਿਰ ਉਹਨਾਂ ਦੀ ਗੱਲ ਦਾ ਵਜ਼ਨ ਤਾਂ ਹੁੰਦਾ ਹੈ। ਇਸੇ ਤਰ੍ਹਾਂ ਦੇ ਸਾਡੇ ਰਾਸ਼ਟਰਪਤੀ ਸਨ ਡਾਕਟਰ ਅਬਦੁਲ ਕਲਾਮ ਤੇ ਹੋਰ ਪਤਾ ਨਹੀਂ ਕਿੰਨੇ ਸਾਇੰਸਦਾਨ ਹੋਣਗੇ ਜਿਹੜੇ ਵਿਚਾਰੇ ਖੋਜ ਕਰ ਰਹੇ ਨੇ ਜੀ। ਵਿਚਾਰੇ ਇਸ ਕਰਕੇ ਮੈਂ ਆਖਿਆ ਕਿ ਉਹਨਾਂ ਦੀ ਸੁਣ ਕੋਈ ਨਹੀਂ ਰਿਹਾ। ਹੁਣ ਤੁਸੀਂ ਦੇਖੋ ਕਿ ਡਾਕਟਰ ਸ਼ਾਹਿਦ ਜਮੀਲ ਨੇ ਇੱਕ ਅਮਰੀਕਾ ਦੀ ਇੱਕ ਅਖਬਾਰ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਲੇਖ ਲਿਖ ਦਿੱਤਾ ਜੀ, ਜਿਸ ਤੋਂ ਬਾਅਦ ਹੋ ਸਕਦਾ ਹੈ, ਮੈਂ ਇੱਥੇ ਲਫ਼ਜ਼ ਵਰਤਿਆ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਕੋਈ ਖਿਚਾਈ ਹੋਈ ਹੋਵੇ ਤੇ ਜਿਸ ਤੋਂ ਅੱਕ ਕੇ ਉਹਨਾਂ ਨੇ ਅੱਜ ਅਸਤੀਫਾ ਦੇ ਦਿੱਤਾ। ਜਿਹੜੇ ਉਹ ਅਹੁਦੇ ਤੇ ਸਨ ਉਹਨਾਂ ਨੇ ਕਿਹਾ ਕਿ ਮੈਂ ਛੱਡਿਆ ਤੇ ਨਾਲ ਦੀ ਨਾਲ ਉਹਨਾਂ ਨੇ ਗੱਲ ਆਖੀ ਹੈ ਕਿ ਮੈਂ ਇਹ ਦੱਸਣ ਦਾ ਪਾਬੰਦ ਨਹੀਂ ਹਾਂ ਕਿ ਮੈਂ ਇਹ ਕਿਉਂ ਛੱਡਿਆ, ਮੈਂ ਅਸਤੀਫਾ ਦੇ ਦਿੱਤਾ, ਬਸ ਗੱਲ ਖਤਮ ਹੈ। ਔਖੇ ਹੋ ਕੇ ਜਾ ਰਹੇ ਨੇ। ਜਿਸ ਵਿਅਕਤੀ ਨੇ ਇੰਨੀ ਮਿਹਨਤ ਨਾਲ ਇੰਨੀ ਵੱਡੀ ਉੱਚ ਵਿੱਦਿਆ ਹਾਸਲ ਕੀਤੀ ਹੋਵੇ, ਇੰਨੀ ਛੇਤੀ ਮੈਦਾਨ ਤੇ ਉਹ ਛੱਡ ਨਹੀਂ ਸਕਦਾ। ਜਿਸਨੇ ਖੋਜ ਕਾਰਜ ਕੀਤੇ ਹੋਣ ਤੇ ਹੈਪੇਟਾਈਟਿਸ ਵਰਗੀ ਬਿਮਾਰੀ ਦੇ ਉੱਪਰ ਵੱਡੀ ਖੋਜ ਕੀਤੀ ਹੋਵੇ ਤੇ ਹੋਰ ਕਈ ਬਿਮਾਰੀਆਂ ਦੇ ਖੋਜ ਕਾਰਜਾਂ ਦੇ ਵਿੱਚ ਉਹ ਸ਼ਾਮਲ ਹੋਵੇ, ਉਹ ਇਸੇ ਤਰ੍ਹਾਂ ਹਥਿਆਰ ਸੁੱਟ ਕੇ ਬਹਿ ਜਾਵੇ ਤੇ ਉਸ ਨੂੰ ਪੁੱਛਣ ਵਾਲਾ ਜਾਂ ਉਸ ਨੂੰ ਸਮਝਾਉਣ ਵਾਲਾ ਜਾਂ ਉਸ ਦੀ ਗੱਲ ਮੰਨਣ ਵਾਲਾ ਕੋਈ ਨਾ ਹੋਵੇ ਤਾਂ ਫਿਰ ਗੱਲ ਤਾਂ ਕੋਈ ਹੈ ਨਾ। ਹੁਣ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਡਾਕਟਰ ਸ਼ਾਹਿਦ ਜਮੀਲ ਕਿਉਂ ਅਸਤੀਫਾ ਦੇ ਗਏ ਹੋਣਗੇ। ਜਿਹੜਾ ਉਹਨਾਂ ਨੇ ਅਮਰੀਕਾ ਦੀ ਪੱਤਰਕਾ ਦੇ ਵਿੱਚ ਲਿਖਿਆ, ਉਹ ਲਿਖਦੇ ਨੇ ਕਿ ਸਾਨੂੰ ਭਾਰਤ ਦੇ ਵਿੱਚ ਅਸੀਂ ਕੁਝ ਸਹੀ ਅੰਕੜਿਆਂ ਤੋਂ ਅਸੀਂ ਪਰੇ ਹਾਂ। ਉਹਨਾਂ ਕਿਹਾ ਕਿ 800 ਸਾਇੰਸਦਾਨਾਂ ਨੇ ਮਾਰਚ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਦੇ ਵਿੱਚ ਇਹ ਪੁੱਛਿਆ ਗਿਆ ਸੀ ਕਿ ਤੁਸੀਂ ਸਾਨੂੰ ਸਹੀ ਅੰਕੜੇ ਨਵੇਂ ਮਰੀਜ਼ਾਂ ਦੇ, ਮੌਤਾਂ ਦੇ, ਹੋਰ ਸਾਰੀਆਂ ਚੀਜ਼ਾਂ ਦੇ ਇਲਾਜ ਦੇ ਪੈਟਰਨ ਸੰਬੰਧੀ ਉਹ ਸਾਰੇ ਅੰਕੜੇ ਸਾਨੂੰ ਦਿਓ ਤਾਂ ਕਿ ਅਸੀਂ ਕਰੋਨਾ ਨਾਲ ਲੜਾਈ ਦੇ ਵਿੱਚ ਕੋਈ ਦੇਸ਼ ਦੇ ਵਿੱਚ ਸਹੀ ਫੈਸਲੇ ਲੈਣ ਦੇ ਸਮਰੱਥ ਹੋ ਸਕੀਏ। ਹੁਣ ਕੁਦਰਤੀ ਤੌਰ ਤੇ ਇਹ ਗੱਲ ਜ਼ਾਹਿਰ ਆ ਕਿ ਉਹਨਾਂ ਨੂੰ ਅੰਕੜੇ ਨਹੀਂ ਦਿੱਤੇ ਗਏ, ਜਿਸ ਕਰਕੇ ਉਹਨਾਂ ਨੇ ਗੱਲ ਫਿਰ ਅੱਗੇ ਲਿਖੀ ਕਿ ਸਾਨੂੰ ਅੰਕੜੇ ਨਾ ਦਿੱਤੇ ਜਾਣ ਕਰਕੇ ਅਸੀਂ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾਉਣ ਦੇ ਵਿੱਚ ਨਾਕਾਮਯਾਬ ਹਾਂ ਜਿਸ ਦੇ ਨਾਲ ਕੋਈ ਅਸੀਂ ਅਗਾਂਹ ਖੋਜ ਕਾਰਜਾਂ ਦੇ ਵਿੱਚ ਅੱਗੇ ਵੱਧ ਸਕੀ ਤੇ ਨਾ ਸਾਨੂੰ ਇਹ ਪਤਾ ਲੱਗੇ ਕਿ ਫਲਾਂ ਕੰਮ ਜਾਂ ਫਲਾਂ ਇਲਾਜ ਦੇ ਨਾਲ ਕਿੰਨੇ ਮਰੀਜ਼ ਠੀਕ ਹੋ ਰਹੇ ਨੇ ਜਾਂ ਕਿਸ ਤਰ੍ਹਾਂ ਹੋ ਰਿਹਾ। ਸਾਰੇ ਅੰਕੜੇ ਸਾਡੇ ਕੋਲ ਹੋਣ ਤੇ ਫਿਰ ਹੀ ਅਸੀਂ ਗੱਲ ਕਰਾਂਗੇ। ਸੋ ਉਹ ਔਖੇ ਸਨ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਨਾਲ ਦੀ ਨਾਲ ਉਹਨਾਂ ਨੇ ਇਹ ਆਖਿਆ ਕਿ ਮਾਰਚ ਮਹੀਨੇ ਦੇ ਵਿੱਚ ਉਹਨੇ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਸਰਕਾਰ ਨੂੰ ਲਿਖ ਦਿੱਤਾ ਹੈ ਕਿ ਭਾਰਤ ਦੇ ਵਿੱਚ ਇੱਕ ਨਵਾਂ ਵੇਰੀਐਂਟ ਇਸ ਲਾਗ ਦਾ, ਇਸ ਵਾਇਰਸ ਦਾ ਇੱਕ ਨਵਾਂ ਰੂਪ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਹੈ, ਉਹ ਖਤਰਨਾਕ ਵੀ ਹੋ ਸਕਦਾ ਹੈ ਤੇ ਅੱਜ 35-40 ਮੁਲਕਾਂ ਦੇ ਵਿੱਚ ਫੈਲ ਗਿਆ ਹੈ। ਤੇ ਉਹਨਾਂ ਨੇ ਮਾਰਚ ਦੇ ਵਿੱਚ ਹੀ ਗੱਲ ਆਖ ਦਿੱਤੀ ਸੀ ਕਿ ਇਹ ਵੇਰੀਐਂਟ ਜਿਹੜਾ ਭਾਰਤ ਦੇ ਵਿੱਚ ਤਿਆਰ ਹੋ ਚੁੱਕਾ ਹੈ, ਇਸ ਤੋਂ ਬਚੋ, ਇਸ ਦੇ ਨਾਲ ਵੱਡੀ ਭਿਆਨਕ ਜਿਹੜੀ ਹੈ ਥਰਾਸ ਦੀ ਜਿਹੜੀ ਹੈ
ਮਨੁੱਖੀ ਮੌਤਾਂ ਦੀ ਉਹ ਆ ਸਕਦੀ ਹੈ ਤੇ ਇਸ ਤੋਂ ਸਾਨੂੰ ਬਚਣ ਦੀ ਲੋੜ ਹੈ। ਜੀ ਉਹਨਾਂ ਦੀ ਗੱਲ ਦੀ ਇਸ ਦੀ ਪੁਸ਼ਟੀ ਕਈ ਹੋਰ ਲੋਕਾਂ ਨੇ ਵੀ ਕੀਤੀ ਹੈ। ਜੇ ਭਾਰਤ ਸਰਕਾਰ ਦੇ ਸਭ ਤੋਂ ਵੱਡੇ ਖੋਜ ਅਦਾਰੇ ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ ਦੇ ਵਿੱਚ ਉਹਨਾਂ ਨੇ ਜੇ ਅਸਤੀਫਾ ਦਿੱਤਾ ਹੈ ਤੇ ਫਿਰ ਇਸ ਦੀ ਗੱਲ ਦੀ ਕੋਈ ਵਜਨ ਤਾਂ ਹੋਵੇਗਾ। ਸੋ ਇਸ ਗੱਲ ਨੂੰ ਕੌਣ ਅੱਗੇ ਤੋਰੇਗਾ, ਇਸ ਗੱਲ ਬਾਰੇ ਮੈਂ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦਾ। ਆਮ ਤੌਰ ਤੇ ਜਿਹੜਾ ਇੰਨੇ ਵੱਡੇ ਲੋਕ ਹੁੰਦੇ ਨੇ ਇਹ ਦੇਸ਼ ਦਾ ਐਸੈਟ ਹੁੰਦੇ ਨੇ, ਸਰਮਾਇਆ ਹੁੰਦੇ ਨੇ। ਇਹਨਾਂ ਨੂੰ ਸਾਂਭ ਕੇ, ਮੈਂ ਨਹੀਂ ਕਹਿੰਦਾ ਕਿ ਉਹਨਾਂ ਦੀ ਹਰ ਗੱਲ ਮੰਨ ਲਈ ਜਾਵੇ, ਸਾਇੰਸਦਾਨ ਨੇ ਉਹ ਆਪਣੇ ਪੱਖ ਤੋਂ ਹਰ ਚੀਜ਼ ਨੂੰ ਵੇਖਦੇ ਨੇ, ਘੱਟੋ ਘੱਟ ਉਹਨਾਂ ਦੀ ਗੱਲ ਤਾਂ ਸੁਣੀ ਜਾਵੇ ਕਿ ਉਹ ਇਸ ਤਰ੍ਹਾਂ ਅਸਤੀਫਾ ਦੇ ਦਿੱਤਾ। ਕਿੰਨੀ ਅਜੇ ਉਹਨਾਂ ਦੀ ਉਮਰ ਹੈ, ਸਾਇੰਸਦਾਨ ਤੇ ਸਾਰੀ ਉਮਰ ਖੋਜ ਜਿਹੜੇ ਕਾਰਜ ਕਰਦੇ ਰਹਿੰਦੇ ਨੇ ਤੇ ਇਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਉਹ ਵਿਚਾਰੇ ਘਰ ਬਹਿ ਜਾਣਗੇ ਜਾਂ ਕੋਈ ਵਿਸ਼ਵ ਦੀ ਕੋਈ ਹੋਰ ਸੰਸਥਾ ਉਹਨਾਂ ਨੂੰ ਖਿੱਚ ਕੇ ਲੈ ਜਾਵੇਗੀ ਤੇ ਫਿਰ ਭਾਰਤ ਦੇ ਪੱਲੇ ਕੀ ਰਹਿ ਜਾਵੇਗਾ। ਅੱਜ ਅਸੀਂ ਬਹੁਤ ਮਾਣ ਨਾਲ ਕਹਿ ਦਿੰਦੇ ਆ ਕਿ ਦੇਖੋ ਜੀ ਅਮਰੀਕਾ ਵਿੱਚ ਸਾਡੀ ਵੱਡੀ ਗਿਣਤੀ ਸਾਡੇ ਭਾਰਤੀ ਡਾਕਟਰਾਂ ਦੀ ਹੈ, ਇੰਨੇ ਗੁਜਰਾਤੀ ਨੇ, ਇੰਨੇ ਪੰਜਾਬੀ ਨੇ, ਇੰਨੇ ਆਹ ਨੇ। ਕੈਨੇਡਾ ਵਿੱਚ ਹੈ, ਸਾਡੀਆਂ ਜਿਹੜੀਆਂ ਵਿਸ਼ਵ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਮਾਈਕਰੋਸਾਫਟ ਹੈ, ਪੈਪਸੀ ਹੈ, ਮਾਸਟਰਕਾਰਡ ਹੈ, ਇਹਨਾਂ ਦੇ ਜਿਹੜੇ ਨੇ ਆਗੂ ਨੇ, ਜਿਹੜੇ CEOs ਨੇ ਉਹ ਭਾਰਤੀ ਮੂਲ ਦੇ ਨੇ ਜਾਂ ਭਾਰਤੀ ਨੇ। ਸਾਨੂੰ ਇਹਨਾਂ ਗੱਲਾਂ ਤੇ ਮਾਣ ਕਰਕੇ ਹਾਸਲ ਕੀ ਹੁੰਦਾ? ਜੇ ਲక్ష్ਮੀ ਮਿੱਤਲ ਨੇ ਭਾਰਤ ਦੇ ਵਿੱਚ ਕੋਈ ਇੰਡਸਟਰੀ ਲਾਉਣੀ ਸੀ ਤੇ ਉਹਨੂੰ ਭਾਰਤ ਦੇ ਵਿੱਚ ਲਿਆਂਦਾ ਨਹੀਂ ਜਾ ਸਕਿਆ ਤੇ ਉਹ ਨਾਰਾਜ਼ ਹੋ ਕੇ ਫਿਰ ਵਾਪਸ ਮੁੜ ਗਿਆ, ਤੇ ਫਿਰ ਸਾਨੂੰ ਆਪਣੇ ਵੱਲ ਝਾਤ ਮਾਰਨੀ ਚਾਹੀਦੀ ਹੈ ਕਿ ਅਸੀਂ ਕੀ ਅਜੇ ਤੱਕ ਖੱਟਿਆ ਕੀ ਹੈ। ਸੋ ਇਹ ਸਾਰੀਆਂ ਗੱਲਾਂ ਨੇ। ਮੈਂ ਸਮਝਦਾ ਕਿ ਉਹਨਾਂ ਦਾ ਅਸਤੀਫਾ ਦੇਣਾ ਇਹ ਭਾਰਤ ਲਈ ਇੱਕ ਸ਼ਰਮਨਾਕ ਦੇਣਾ। ਜੀ ਸ਼ਰਮਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਮੈਂ ਕੁਲਦੀਪ ਜੀ ਦੀ ਸਾਰੀ ਗੱਲ ਜਿਹੜੀ ਆ ਉਹ ਬਿਲਕੁਲ ਸਹੀ ਆ, ਉਹਦੇ 'ਚ ਕੋਈ ਹੋਰ ਗੱਲ ਐਡ ਕਰਨ ਵਾਲੀ ਨਹੀਂ। ਪਰ ਕੁਲਦੀਪ ਜੀ ਇੱਕ ਸਭ ਤੋਂ ਜ਼ਰੂਰੀ ਗੱਲ ਆ ਜਿਹੜੀ ਇਹਨਾਂ ਦੇ ਕਾਰਪੋਰੇਟ ਜਿਹੜੇ ਸਰਕਾਰ ਨਾਲ ਜੁੜੇ ਹੋਏ ਆ, ਉਹਨਾਂ ਨੇ ਜਦੋਂ ਇਹਨਾਂ ਨੂੰ ਗੱਲ ਕਹੀ ਸੀ, ਜੀਓ ਨੇ ਜਦੋਂ ਰਿਲਾਇੰਸ ਨੂੰ ਲਾਂਚ ਕੀਤਾ, ਜੀਓ ਨੂੰ ਲਾਂਚ ਕੀਤਾ ਤੇ ਉਹਨਾਂ ਨੇ ਇੰਟਰਨੈਟ ਦੀ ਮਹੱਤਤਾ ਦੀ ਗੱਲ ਕੀਤੀ ਤੇ ਜਿਹੜੇ ਮੁਕੇਸ਼ ਅੰਬਾਨੀ ਉਹਨਾਂ ਨੇ ਕਿਹਾ ਸੀ ਕਿ ਦੁਨੀਆ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਜਿਹੜੀ ਉਹ ਡੇਟਾ ਆ। ਜੀ ਜਿੰਨੀ ਵੀ ਖੋਜ ਹੁੰਦੀ ਆ ਕਿਸੇ ਵੀ ਚੀਜ਼ ਤੇ ਆ, ਚਾਹੇ ਉਹ ਸਾਇੰਸ ਦੀ ਆ, ਚਾਹੇ ਉਹ ਫਿਜ਼ਿਕਸ ਦੀ ਆ, ਚਾਹੇ ਉਹ ਕਿਸੇ ਹੋਰ ਚੀਜ਼ ਦੀ ਆ, ਚਾਹੇ ਉਹ ਕਿਸੇ ਬਿਮਾਰੀ ਨਾਲ ਸੰਬੰਧਿਤ ਆ, ਜਦ ਤੱਕ ਸਾਡੇ ਕੋਲ ਉਹਦਾ ਡੇਟਾ ਹੀ ਨਹੀਂ ਹੈ ਤੇ ਉਹਦੇ ਤੇ ਕੰਮ ਕਿੱਦਾਂ ਹੋਵੇਗਾ। ਤੇ ਇਹ ਸਾਡੇ ਮੁਲਕ ਦੀ ਪਹਿਲੀਆਂ ਚੋਂ ਵੀ ਤੇ ਹੁਣ ਚੋਂ ਇੱਕੋ ਇੱਕ ਸਰਕਾਰ ਹੋਣੀ ਹੈ ਜਿਹਨੇ ਅੰਕੜਿਆਂ ਦੇ ਉੱਤੇ ਕੰਮ ਕਰਨਾ ਬੰਦ ਕਰ ਦਿੱਤਾ। ਬਿਲਕੁਲ ਕੋਵਿਡ ਦੀ ਵਜ੍ਹਾ ਨਾਲ ਇਹ ਜਨਸੰਖਿਆ ਨਹੀਂ ਕਰਵਾ ਸਕੇ। ਇਸ ਤੋਂ ਇਲਾਵਾ ਇਹਨਾਂ ਨੇ NSSO ਜਿਹੜਾ ਇਹਨਾਂ ਦਾ ਇੱਕ ਸਟੈਟਿਸਟਿਕਸ ਨਾਲ ਰਿਲੇਟਡ ਜੁੜੀ ਹੋਈ ਇੱਕ ਸੰਸਥਾ ਹੈ ਜਿਹੜੀ ਭਾਰਤ ਦੇ ਵਿੱਚ ਬਹੁਤ ਸਾਰੀਆਂ ਤਰੀਕੇ ਦੀਆਂ ਜਾਣਕਾਰੀਆਂ ਜਿਹੜੀਆਂ ਮੁਹੱਈਆ ਕਰਵਾਉਂਦੀ ਹੈ, ਚਾਹੇ ਉਹ ਬੇਰੁਜ਼ਗਾਰੀ ਦੀਆਂ ਹੈ, ਚਾਹੇ ਉਹ ਕੰਮ ਕਰਨ ਵਾਲੇ ਲੋਕਾਂ ਦੀਆਂ ਨੇ, ਚਾਹੇ ਉਹ ਇਕਨੋਮਿਕਸ ਸਟੇਟਸ ਦੱਸਦੀਆਂ ਨੇ ਭਾਰਤ ਦੇ ਲੋਕਾਂ ਦਾ। ਉਹਨਾਂ ਸਾਰਿਆਂ ਦੇ ਉੱਤੇ ਇਹਨਾਂ ਨੇ ਕੰਮ ਕਰਨਾ ਜਿਹੜਾ ਆ ਖਾਸ ਤੌਰ ਤੇ ਬੰਦ ਕਰ ਦਿੱਤਾ ਕਿ ਲੋਕਾਂ ਨੂੰ ਕੋਈ ਪਤਾ ਹੀ ਨਾ ਲੱਗੇ। ਪਤਾ ਕਿਸ ਗੱਲ ਦਾ ਲੱਗੇ ਕਿ ਅਸੀਂ ਕਿਸ ਧਰਮ ਨਾਲ ਜੁੜੇ ਹੋਏ ਹਾਂ, ਕਿਸ ਧਰਮ ਦੇ ਮੰਦਿਰ ਬਣ ਰਹੇ ਨੇ ਤੇ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਜਿਹੜੀ ਸਾਇੰਸ ਨਾਲ ਜੁੜੀ ਹੋਈ ਗੱਲ ਹੈ, ਦੇਖੋ ਰਿਸਰਚ ਬੰਦੇ ਨੇ 800 ਬੰਦਿਆਂ ਨੇ ਜੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਲਈ ਚਿੱਠੀ ਲਿਖੀ ਕਿ ਸਾਨੂੰ ਅੰਕੜੇ ਚਾਹੀਦੇ ਨੇ, ਤੇ ਉਹ ਬੰਦਿਆਂ ਦਾ ਕੰਮ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਦਾ ਨਹੀਂ ਹੈ। ਉਹਨਾਂ ਨੂੰ ਡਾਟਾ ਜਿਹੜਾ ਆ ਉਹ ਮਿਲਣਾ ਚਾਹੀਦਾ, ਪਰ ਉਹਨਾਂ ਨੂੰ ਡੇਟਾ ਜਿਹੜਾ ਉਹ ਨਹੀਂ ਮਿਲ ਰਿਹਾ। ਤੇ ਫਿਰ ਉਹਨਾਂ ਨੇ ਜਦੋਂ ਇਹੋ ਜਿਹੇ ਲੋਕ ਨੌਕਰੀ ਛੱਡ ਕੇ ਜਾਂਦੇ ਨੇ ਤੇ ਫਿਰ ਅਸੀਂ ਬਾਅਦ ਵਿੱਚ ਜਦੋਂ ਬਾਹਰੋਂ ਜਾ ਕੇ ਆਪਣੀਆਂ ਕੰਮ ਕਰਕੇ ਦਿਖਾਉਂਦੇ ਨੇ ਤੇ ਫਿਰ ਅਸੀਂ ਕਹਿੰਦੇ ਆ ਕਿ ਉਹ ਭਾਰਤ ਦਾ ਸਪੂਤ ਸੀ ਤੇ ਉਹ ਭਾਰਤ ਦੀ ਮਹਾਨ ਧੀ ਸੀ। ਪਰ ਉਹ ਭਾਰਤ ਲਈ ਕਿਉਂ ਨਹੀਂ ਕੁਝ ਕਰ ਸਕੇ? ਕਿਉਂਕਿ ਸਾਡੀਆਂ ਸਰਕਾਰਾਂ ਦੇ ਜਿਹੜੇ ਸੋਚਣ ਦੇ ਤਰੀਕੇ ਆ ਤੇ ਸਾਡੀ ਸਰਕਾਰਾਂ ਦੇ ਜਿਹੜੇ ਮਨੋਰਥ ਆ ਉਹ ਕੁਝ ਹੋਰ ਤਰੀਕੇ ਦੇ, ਤੇ ਉਹਨਾਂ ਦੇ ਮਨੋਰਥ ਸਿੱਧ ਹੋ ਰਹੇ ਨੇ। ਲੋਕ ਚਾਹੇ ਮਰਨ ਤੇ ਚਾਹੇ ਜੋ ਮਰਜ਼ੀ ਕਰਨ। ਇੱਕ ਅੰਕੜੇ ਸੰਬੰਧੀ ਮੈਂ ਇੱਕ ਹੋਰ ਕਿਸ ਕਿਸਮ ਦੇ ਗਲਤ ਅੰਕੜੇ ਸਾਡੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਸਾਹਮਣੇ ਪੇਸ਼ ਕਰ ਦਿੱਤੇ ਜਾਂਦੇ ਨੇ, ਮੈਂ ਉਹਦੀ ਇੱਕ ਉਦਾਹਰਨ ਮੈਂ ਪੇਸ਼ ਕਰਨੀ ਚਾਹੁੰਦਾ। ਇੱਕ ਵਿਅਕਤੀ ਨਾਲ, ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨਾਲ ਮੇਰੀ ਗੱਲਬਾਤ ਹੋਈ। ਉਹ ਕਹਿੰਦੇ ਜੀ ਕਿ ਸਾਡੇ ਕੋਲ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਵਿੱਚੋਂ ਕੁਝ ਬੰਦੇ ਆਏ ਤੇ ਸਾਨੂੰ ਸੁਨੇਹਾ ਮਿਲਿਆ ਕਿ DC ਦਫ਼ਤਰ ਦੇ ਵਿੱਚੋਂ ਤੁਹਾਨੂੰ ਕੁਝ ਵਿਅਕਤੀ ਮਿਲਣ ਆਏ ਨੇ ਤੇ ਉਹਨਾਂ ਨੂੰ ਅੰਦਰ ਬੁਲਾ ਲਿਆ ਗਿਆ। ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਕਹਿਣਾ ਹੈ ਤੁਸੀਂ? ਉਹ ਕਹਿੰਦੇ ਜੀ ਕਿ ਅਸੀਂ ਸਵੱਛ ਭਾਰਤ ਮੁਹਿੰਮ ਦੇ ਨਾਲ ਜੁੜੇ ਹੋਏ ਲੋਕ ਹਾਂ ਤੇ ਅਸੀਂ ਬੱਚਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਕੂਲ ਦੇ ਵਿੱਚ ਜਿਹੜੇ ਉਹਨਾਂ ਕੋਲ ਫੋਨ ਹਨ ਜਾਂ ਉਹਨਾਂ ਦੇ ਘਰ ਪੇਰੈਂਟਸ ਦੇ ਕੋਲ ਫੋਨ ਨੇ, ਉੱਥੇ ਸਵੱਛ ਭਾਰਤ ਦੀ ਐਪ ਜਿਹੜੀ ਆ ਡਾਊਨਲੋਡ ਕਰ ਲੈਣ ਤੇ ਫਿਰ ਉਸ ਦੇ ਵਿੱਚੋਂ ਆਪਣੇ ਜ਼ਿਲ੍ਹੇ ਨੂੰ ਪਿਕ ਕਰਕੇ ਆਪਣੀ ਸਟੇਟ ਨੂੰ ਪਹਿਲਾਂ ਚੂਜ਼ ਕਰ ਲਓ, ਫਿਰ ਆਪਣਾ ਜ਼ਿਲ੍ਹਾ ਪਿਕ ਕਰ ਲਓ ਤੇ ਉਸ ਦੇ ਵਿੱਚ ਜਿੰਨੇ ਖਾਨੇ ਹਨ ਸਾਰਿਆਂ ਦੇ ਵਿੱਚੋਂ 5 ਸਟਾਰ ਜਾਂ 10 ਦੇ ਵਿੱਚੋਂ 9 ਜਾਂ 8 ਜਾਂ 10 ਨੰਬਰ ਦਿੰਦੇ ਜਾਓ ਤੇ ਸਾਡੀ ਜਿਹੜੀ ਰੇਟਿੰਗ ਆ ਉਹ ਬਹੁਤ ਵਧੀਆ ਹੋ ਜਾਵੇਗੀ। ਹੁਣ ਰੇਟਿੰਗ ਵਧੀਆ ਕਰਨੀ ਹੈ ਕਿ ਸੜਕਾਂ ਤੋਂ ਗਲੀਆਂ ਤੋਂ ਕੂੜਾ ਚੁੱਕਣਾ ਹੈ, ਗੰਦ ਚੁੱਕਣਾ ਹੈ, ਨਾਲੀਆਂ ਸਾਫ਼ ਕਰਨੀਆਂ, ਸੀਵਰੇਜ ਵਧੀਆ ਕਰਨਾ, ਇਹ ਹਾਲਤ ਹੈ ਅੰਕੜਿਆਂ ਦੀ। ਹੁਣ ਅੰਕੜੇ ਤਾਂ ਜਾਣਗੇ ਕਿ ਸਾਰੇ ਲੋਕ ਸੈਟੀਸਫਾਈ ਨੇ ਤੇ ਸੈਟੀਸਫਾਈ ਕੌਣ ਹੈ? ਇਸ ਕਰਕੇ ਝੂਠ ਦੇ ਥੱਲੇ ਲੁਕਾਉਣ ਦਾ ਰਿਵਾਜ ਸਾਡੇ ਮੁਲਕ ਦੇ ਵਿੱਚ ਪੁਰਾਣਾ ਹੈ, ਪਰ ਅੱਜ ਮਹਾਮਾਰੀ ਨੇ ਜਿਸ ਤਰ੍ਹਾਂ ਸਾਨੂੰ ਘੇਰਿਆ ਹੋਇਆ, ਢਾਇਆ ਹੋਇਆ, ਛੱਡ ਦਈਏ ਅੱਜ ਵੀ ਇਹ ਆਦਤ ਤੇ ਬਹੁਤ ਚੰਗਾ ਹੋ। ਬਿਲਕੁਲ ਸ਼ਰਮਾ ਜੀ, ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ। ਦਿੱਲੀ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਪੋਸਟਰ ਲੱਗੇ ਨੇ ਤੇ ਫਿਰ ਜਿਨ੍ਹਾਂ ਨੇ ਲਾਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਕੀ ਹੈ ਪੂਰਾ ਮਾਮਲਾ? ਮਾਮਲਾ ਇਹ ਹੈ ਜੀ ਕਿ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ, ਉਹਨਾਂ ਨੇ ਇਸ ਗੱਲ ਦਾ
ਖੁਲਾਸਾ ਕੀਤਾ, ਉਹਨਾਂ ਨੇ ਇਸ ਗੱਲ ਦੀ ਮੰਨ ਲਈ ਆ ਕਿ ਇਹ ਜਿਹੜੇ ਪੋਸਟਰ ਆ ਇਹ ਅਸੀਂ ਲਗਵਾਏ ਆ। ਉਹਨਾਂ ਪੋਸਟਰਾਂ ਦੇ ਉੱਤੇ ਲਿਖਿਆ ਹੋਇਆ ਹਿੰਦੀ ਦੇ ਵਿੱਚ ਵੀ ਤੇ ਅੰਗਰੇਜ਼ੀ ਦੇ ਵਿੱਚ ਕਿ ਮੋਦੀ ਜੀ ਹਮਾਰੇ ਬੱਚੋਂ ਕੇ ਹਿੱਸੇ ਕੀ ਵੈਕਸੀਨ ਬਾਹਰ ਕਿਉਂ ਭੇਜਦੀ, ਕਿ ਸਾਡੇ ਜਿਹੜੇ ਬੱਚਿਆਂ ਦੇ ਟੀਕੇ ਲੱਗਣੇ ਸੀ ਉਹ ਤੁਸੀਂ ਬਾਹਰ ਕਿਉਂ ਭੇਜ ਦਿੱਤੇ ਜੀ। ਤੇ ਜਦੋਂ ਉਹ ਪੋਸਟਰ ਜਿਹੜੇ ਆ ਲੋਕਾਂ ਨੇ ਲੱਗੇ ਹੋਏ ਦੇਖੇ ਆ, ਪੁਲਿਸ ਤੱਕ ਖਬਰ ਪਹੁੰਚੀ ਆ ਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਦੱਸਿਆ, ਉੱਥੇ ਦੇ ਉਸ ਸੰਬੰਧਿਤ ਥਾਣੇ ਦੇ ਮੁਲਾਜ਼ਮਾਂ ਨੇ, ਤੇ ਉਹਨਾਂ ਨੇ ਕਿਹਾ ਕਿ ਇਹਨਾਂ ਪੋਸਟਰਾਂ ਨੂੰ ਵੀ ਕਬਜ਼ੇ 'ਚ ਲੈ ਲਓ ਤੇ ਲਾਉਣ ਵਾਲੇ ਜਿਹੜੇ ਬੰਦੇ ਆ ਉਹਨਾਂ ਦੀ ਪੁੱਛਤਾਛ ਕਰੋ ਤੇ ਲੱਭੇ ਜਾਓ। ਕਿਉਂਕਿ ਸੀਸੀਟੀਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੁਣ ਗਲੀਆਂ 'ਚ ਲੱਗੇ ਹੋਏ ਆ, ਮੋੜਾਂ ਤੇ ਲੱਗੇ ਹੋਏ ਨੇ, ਤੇ ਉਹਨੂੰ ਦੇਖ ਕੇ ਉਹਨਾਂ ਨੇ ਉਹਨਾਂ ਬੰਦਿਆਂ ਦੀ ਪਛਾਣ ਕੀਤੀ ਆ। ਕੁਝ 18-19 ਸਾਲ ਦਾ ਇੱਕ ਬੰਦਾ ਹੈ ਜਿਹਨੇ ਪੋਸਟਰ ਲਾਏ ਨੇ, ਕੋਈ 25-26 ਸਾਲ ਦਾ ਹੈ, ਕੋਈ 40-42 ਸਾਲ ਦਾ ਹੈ, 1-2 ਆਟੋ ਰਿਕਸ਼ਾ ਡਰਾਈਵਰ ਨੇ ਜਿਨ੍ਹਾਂ ਦੇ ਵਿੱਚ ਬੈਠ ਕੇ ਉਹ ਮੁੰਡੇ, ਉਹ ਬੰਦੇ ਪੋਸਟਰ ਲਾਉਣ ਵਾਲੇ ਜਿਹੜੇ ਲੋਕ ਆ ਉਹ ਇੱਧਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਗਏ ਨੇ। ਬੰਦੇ ਫੜ ਲਏ ਗਏ ਨੇ। ਉਹਨਾਂ ਦਾ ਕਸੂਰ ਕੀ ਆ ਕਿ ਉਹਨਾਂ ਨੇ ਪੋਸਟਰ ਲਾਏ ਨੇ ਜੀ। ਤੇ ਉਹਨਾਂ ਦੇ ਉੱਤੇ 25 ਤੋਂ ਜ਼ਿਆਦਾ ਬੰਦਿਆਂ ਦੇ ਉੱਤੇ ਜਿਹੜੀ FIR ਆ ਜਿਹੜੀ ਆ ਉਹ ਦਰਜ ਕਰ ਲਈ ਗਈ ਆ, ਧਾਰਾ 188 ਦੀ, ਕਿ ਜਿਹੜੀ ਸਾਡੀ ਹੈਗੀ ਆ ਵੱਡੇ ਅਹੁਦੇਦਾਰ ਬੰਦੇ ਦੀ ਜਿਹੜੀ ਮੁਖਾਲਫਤ ਕਰਨ ਦੀ ਜਾਂ ਉਹਦੇ ਖਿਲਾਫ ਕੁਝ ਬੋਲਣ ਦੀ ਧਾਰਾ ਹੈ। ਨਾਲ ਦੀ ਨਾਲ ਇੱਕ ਸੈਕਸ਼ਨ 3 ਆ ਉਹਦਾ, ਜਿਹੜਾ ਕਹਿੰਦਾ ਹੈ ਕਿ ਦਿੱਲੀ ਦੇ ਵਿੱਚ ਤੁਸੀਂ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ, ਜਿਹੜਾ ਪੋਸਟਰ ਲਾਉਣ ਦੀ ਗੱਲ ਕੀਤੀ ਹੈ ਉਹਨਾਂ ਨੇ। ਕਮਿਸ਼ਨਰ ਆਫ ਪੁਲਿਸ ਨੇ ਕਿਹਾ ਕਿ ਜਿਹੜੇ ਪੋਸਟਰ ਆ ਇਹ ਗੈਰ ਕਾਨੂੰਨੀ ਆ, ਇੱਦਾਂ ਪੋਸਟਰ ਲਾ ਕੇ ਤੁਸੀਂ ਉਹਨੂੰ ਖਰਾਬ ਕਰਦੇ ਹੋ। ਇਹ ਛੋਟੇ-ਛੋਟੇ ਪੋਸਟਰ ਤੇ ਗੈਰ ਕਾਨੂੰਨੀ ਆ, ਤੇ ਜਿਹੜੇ ਸਾਰੀ ਦਿੱਲੀ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਤੇ ਉਦੋਂ ਇਹ ਵੱਡੇ-ਵੱਡੇ 20x20 ਦੇ ਵੱਡੇ ਫਲੈਕਸ ਲਾਉਂਦੇ ਨੇ ਤੇ ਉਹ ਗੈਰ ਕਾਨੂੰਨੀ ਨਹੀਂ। ਤੇ ਉਹ ਫਿਰ ਗੱਲ ਅਹਿਮਦ ਸਲੀਮ ਦੀ ਯਾਦ ਆਉਂਦੀ ਆ ਕੁਲਦੀਪ ਜੀ, ਕਿ 1971 ਦੇ ਵਿੱਚ ਜਦੋਂ ਬੰਗਲਾਦੇਸ਼ ਦੀ ਵੰਡ ਹੋਈ ਤੇ ਉਹਨੇ ਇੱਕ ਨਜ਼ਮ ਲਿਖੀ, ਜੀਵੇ ਸਦਾ ਬੰਗਲਾਦੇਸ਼, ਤੇ ਉਹਨੂੰ ਫੜ ਕੇ ਫਿਰ ਪੁਲਿਸ ਸਟੇਸ਼ਨ ਲੈ ਗਏ, ਜੱਜ ਦੇ ਮੂਹਰੇ ਪੇਸ਼ ਕਰ ਦਿੱਤਾ। ਤੇ ਅਹਿਮਦ ਸਲੀਮ ਦੀ ਭਾਣਜੀ ਆਪਣੀ ਮਾਂ ਨੂੰ ਪੁੱਛਦੀ ਆ ਕਿ ਮੰਮੀ ਮਾਮੇ ਨੂੰ ਪੁਲਿਸ ਕਿਉਂ ਫੜ ਕੇ ਲੈ ਗਈ? ਉਹ ਕਹਿੰਦੀ ਪੁੱਤ ਇਹਨੇ ਰਾਜੇ ਦੇ ਖਿਲਾਫ ਇੱਕ ਨਜ਼ਮ ਲਿਖੀ ਸੀ। ਤੇ ਉਹ ਛੋਟੀ ਬੱਚੀ ਕਹਿੰਦੀ ਆ ਵੀ ਜੇ ਇਹਨੇ ਰਾਜੇ ਦੇ ਖਿਲਾਫ ਨਜ਼ਮ ਲਿਖੀ ਸੀ ਤੇ ਰਾਜਾ ਇਹਨੂੰ ਫੜ ਕੇ ਕਿਉਂ ਲੈ ਗਿਆ, ਰਾਜਾ ਇਹਦੇ ਖਿਲਾਫ ਨਜ਼ਮ ਲਿਖ ਦਿੰਦਾ। ਤੇ ਫਿਰ ਉਹ ਮਾਂ ਉਹਨੂੰ ਆਪਣੀ ਬੱਚੀ ਨੂੰ ਸਮਝਾਉਂਦੀ ਹੈ ਕਿ ਪੁੱਤ ਰਾਜੇ ਨੂੰ ਲਿਖਣਾ ਨਹੀਂ ਆਉਂਦਾ, ਉਹਨੂੰ ਸਿਰਫ ਫੜਨਾ ਹੀ ਆਉਂਦਾ। ਸੋ ਇਹ ਕੋਈ ਤਰੀਕਾ ਨਹੀਂ ਹੈਗਾ ਇਸ ਗੱਲ ਦਾ ਕਿ ਤੁਸੀਂ ਕਿਸੇ ਵੀ ਵਿਰੋਧ ਨੂੰ ਸੁਣੋ ਹੀ ਨਾ, ਤੁਸੀਂ ਕੰਨ ਜਿਹੜੇ ਆ ਉਹ ਸਿਰਫ ਪ੍ਰਸ਼ੰਸਾ ਕਰਨ ਨੂੰ ਹੀ ਨਾ ਰੱਖੋ, ਫਿਰ ਤੁਹਾਡੀ ਬੁੱਧੀ ਕੰਮ ਕਿੱਦਾਂ ਕਰੂਗੀ। ਸੋ ਰਾਜੇ ਨੂੰ ਇਸ ਗੱਲ ਦੇ ਲਈ, ਰਾਜਾ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ, ਜਿਹੜਾ ਹੈਡ ਆਫ ਦੀ ਸਟੇਟ ਆ, ਉਹਨੂੰ ਤੇ ਕ੍ਰਿਟਿਸਿਜ਼ਮ ਸੁਣਨ ਦੀ ਸਖਤ ਆਦਤ ਹੋਣੀ ਚਾਹੀਦੀ ਹੈ। ਪਤਾ ਤੇ ਉਹਨੂੰ ਫੇਰ ਹੀ ਲੱਗੇਗਾ। ਅਸੀਂ ਅਤੀਤ 'ਚ ਸੁਣਦੇ ਰਹੇ ਹਾਂ ਕਿ ਸਾਡੇ ਰਾਜੇ ਜਿਹੜੇ ਆ ਭੇਸ ਬਟਾ ਕੇ ਪਿੰਡਾਂ 'ਚ ਘੁੰਮਦੇ ਸੀ, ਖੇਸੀ ਦੀ ਬੁੱਕਲ ਮਾਰ ਕੇ ਸੁਣਦਾ ਸੀ ਲੋਕਾਂ ਦੇ ਵਿੱਚ ਕਿ ਕੀ ਹੋ ਰਿਹਾ ਤੇ ਕਿਵੇਂ ਹੋ ਰਿਹਾ। ਪਰ ਹੁਣ ਦੇ ਰਾਜੇ ਨੇ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਕਿ ਮੇਰੇ ਖਿਲਾਫ ਜਿਹੜਾ ਵੀ ਬੋਲਦਾ ਉਹਨੂੰ ਫੜ ਕੇ ਅੰਦਰ ਦੇ ਦਿਓ। ਤੇ ਦਿੱਲੀ ਪੁਲਿਸ ਨੇ ਇਹ ਵੀ ਦੱਸਿਆ ਕਿ ਇਸੇ ਧਾਰਾ ਦੇ ਵਿੱਚ 2020 ਦੇ ਵਿੱਚ 500 ਤੋਂ ਜ਼ਿਆਦਾ ਕੇਸ ਹੋਏ ਆ ਤੇ 2019 ਦੇ ਵਿੱਚ 400 ਤੋਂ ਜ਼ਿਆਦਾ ਕੇਸ ਹੋਏ। ਉਹ ਜਿਹੜੀਆਂ FIR ਹੋਈਆਂ ਆ ਉਹ JNU ਦਿੱਲੀ ਯੂਨੀਵਰਸਿਟੀ ਦੇ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜਦੋਂ ਕੁਝ ਵਿਰੋਧ ਸੀਗਾ ਉਦੋਂ ਹੋਈਆਂ ਆ, ਜਾਂ CAA ਦੇ ਖਿਲਾਫ ਜਿਹੜਾ ਪ੍ਰਦਰਸ਼ਨ ਸੀਗਾ ਉਹਦੇ ਖਿਲਾਫ ਹੋਈਆਂ। ਸੋ ਇਸ ਗੱਲ ਤੋਂ ਇਹ ਸਿੱਧ ਹੁੰਦਾ ਕਿ ਜਦੋਂ ਵੀ ਕੋਈ ਬੰਦਾ ਸਰਕਾਰ ਦੀ ਕਿਸੇ ਨੀਤੀ ਦੇ ਖਿਲਾਫ ਬੋਲਦਾ ਹੈ ਉਦੋਂ ਉਹਨੂੰ ਫੜ ਲਿਆ ਜਾਂਦਾ। ਤੇ ਇਸੇ ਸੰਦਰਭ ਦੇ ਵਿੱਚ ਲਗਭਗ ਸਾਰੀਆਂ ਹੀ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਨੇ ਕਿਹਾ, ਰਾਹੁਲ ਗਾਂਧੀ ਨੇ ਵੀ ਕਿਹਾ, ਹੋਰ ਲੀਡਰਾਂ ਨੇ ਵੀ ਕਿਹਾ ਕਿ ਅਸੀਂ ਵੀ ਤੁਹਾਡੇ ਖਿਲਾਫ ਬੋਲਦੇ ਹਾਂ, ਸਾਡੇ ਉੱਤੇ ਵੀ ਪਰਚੇ ਦਰਜ ਕਰ ਦਿਓ। ਪਰ ਇਹ ਕੋਈ ਚੰਗੀ ਪ੍ਰਥਾ ਨਹੀਂ ਹੈਗੀ। ਸੱਚ ਨੂੰ ਸੁਣਨਾ ਚਾਹੀਦਾ ਤੇ ਉਹਦੇ ਤੇ ਕੰਮ ਹੋਣਾ ਚਾਹੀਦਾ। ਸਰਕਾਰ ਦਾ ਕੰਮ ਲੋਕਾਂ ਨੂੰ ਫੜ ਕੇ ਅੰਦਰ ਦੇਣ ਦਾ ਨਹੀਂ ਹੈਗਾ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਦੇ ਵਿਰੋਧ 'ਚ ਬੋਲਦੇ ਨੇ। ਸਰਕਾਰ ਦਾ ਕੰਮ ਤਾਂ ਇਹ ਹੈ ਕਿ ਉਸ ਵਿਰੋਧ ਨੂੰ ਸੁਣ ਕੇ ਉਹ ਤੋਂ ਸੇਧ ਲੈ ਕੇ ਤੇ ਕੁਝ ਹੋਰ ਚੰਗਾ ਕੰਮ ਕੀਤਾ ਜਾਵੇ। ਪ੍ਰਥਾ ਤਾਂ ਨਹੀਂ ਚੰਗੀ, ਪਰ ਸਾਡੇ ਦੇਸ਼ 'ਚ ਰਿਵਾਜ ਬਣ ਗਿਆ ਅੱਜ ਕੱਲ੍ਹ। ਜੀ, ਗੱਲਾਂ ਬਾਤਾਂ ਹੋਰ ਵੀ ਬਹੁਤ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਜਦੋਂ ਦਾ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਇਆ, ਸਿਆਸੀ ਖਹਿਬਾਜ਼ੀ ਬੜੀ ਸ਼ੁਰੂ ਹੋ ਗਈ ਹੈ। ਕੀ ਆ ਪੂਰੀ ਕਹਾਣੀ? ਦੇਖੋ, ਸਿਆਸੀ ਲੋਕਾਂ ਦਾ ਕੰਮ ਹੀ ਆ ਕਿ ਜਦੋਂ ਤੁਸੀਂ ਇੱਕ ਬੰਦੇ ਨੇ ਕੋਈ ਕੰਮ ਕੀਤਾ, ਦੂਜੇ ਨੇ ਉਹਦੇ 'ਚ ਕੋਈ ਉਜਰ ਤੇ ਕੱਢਣੀ ਆ। ਹਾਲਾਂਕਿ ਲੋਕਤੰਤਰ 'ਚ ਵਿਰੋਧ ਦੀ ਧਿਰ ਇਸ ਕਰਕੇ ਬਣਾਈ ਗਈ ਸੀ ਕਿ ਗੱਲਾਂ ਨੂੰ ਵਿਚਾਰਿਆ ਜਾ ਸਕੇ, ਜੇ ਉਹਦੇ 'ਚ ਕੋਈ ਕਮੀ ਹੈ ਤਾਂ ਕੱਢੀ ਜਾ ਸਕੇ, ਨਾ ਕਿ ਉਹਨਾਂ ਦੀ ਹਰ ਗੱਲ ਦੇ ਵਿੱਚ ਕਮੀ ਕੱਢੀ ਜਾ ਸਕੇ। ਪਰ ਇੱਥੇ ਵਿਰੋਧੀ ਧਿਰ ਦਾ ਮਤਲਬ ਇਹ ਹੋ ਗਿਆ ਵੀ ਤੁਸੀਂ ਜੋ ਵੀ ਕਰ ਦਿਓ। ਵੈਸੇ ਤੇ ਬਹੁਤਾ ਕੁਝ ਅਸੀਂ ਕਰਦੇ ਨਹੀਂ, ਸਾਡੇ ਜਿਹੜੇ ਲੀਡਰ ਨੇ ਸਮੇਂ ਦੀਆਂ ਸਰਕਾਰਾਂ ਨੇ, ਤੇ ਜੇ ਕੋਈ ਜੋ ਕਰ ਵੀ ਦੇਣ ਤੇ ਉਹਦੇ 'ਚ ਵਿਰੋਧ ਜਿਹੜਾ ਹੈ ਉਹ ਬਹੁਤ ਜ਼ਿਆਦਾ ਹਰ ਗੱਲ ਦੇ ਵਿੱਚ ਕੱਢਿਆ ਜਾਂਦਾ। ਉਹਦਾ ਕੋਈ ਨਾ ਕੋਈ ਜਿਹੜਾ ਨੁਕਤਾ ਇਹੋ ਜਿਹਾ ਲੱਭ ਲਿਆ ਜਾਂਦਾ ਜਿਹਦਾ ਵਿਰੋਧ ਕੀਤਾ ਜਾਂਦਾ। ਅਸੀਂ ਵਿਰੋਧ ਵਾਲੀ ਗੱਲ ਤੇ ਬਾਅਦ 'ਚ ਆਈਏ, ਪਹਿਲਾਂ ਜੇ ਜ਼ਿਲ੍ਹਾ ਬਣਾਉਣ ਦੀ ਗੱਲ ਕਰੀਏ, ਸਵਲੀਨ ਜੀ, ਜਦੋਂ ਅਸੀਂ ਸਕੂਲ 'ਚ ਪੜ੍ਹਦੇ ਸੀ ਤੇ ਪੰਜਾਬ ਨੂੰ 12 ਜ਼ਿਲ੍ਹਿਆਂ ਦਾ ਸੂਬਾ ਕਿਹਾ ਜਾਂਦਾ ਸੀ। ਵੱਡੇ 12 ਜ਼ਿਲ੍ਹੇ ਸੀ। ਉਸ ਤੋਂ ਬਾਅਦ ਬੇਅੰਤ ਸਿੰਘ ਦੀ ਗਵਰਨਮੈਂਟ ਨੇ 92 'ਚ 2 ਜ਼ਿਲ੍ਹੇ ਨਵੇਂ ਬਣਾਤੇ, ਮਾਨਸਾ ਤੇ ਫਤਿਹਗੜ੍ਹ ਸਾਹਿਬ। ਫਿਰ 95 ਦੇ ਵਿੱਚ 3 ਹੋਰ ਬਣ ਗਿਆ, 2006 ਦੇ ਵਿੱਚ 3 ਹੋਰ ਬਣ ਗਿਆ। ਫਿਰ ਕੈਪਟਨ ਸਾਹਿਬ ਨੂੰ ਮੌਕਾ ਮਿਲਿਆ ਤੇ ਹੁਣ ਇਹਨਾਂ ਨੇ ਵੀ ਮਲੇਰਕੋਟਲੇ ਨੂੰ 23ਵਾਂ ਜ਼ਿਲ੍ਹਾ ਬਣਾਤਾ। ਸੋ ਜ਼ਿਲ੍ਹੇ ਬਣਾਉਣ ਦਾ ਮਕਸਦ ਤੇ ਇਹ ਆ ਕਿ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਮਿਲ ਸਕੇ, ਲੋਕਾਂ ਦੀ ਜਿਹੜੀ ਜ਼ਿਲ੍ਹਾ ਹੈੱਡਕੁਆਟਰ ਤੱਕ ਪਹੁੰਚ ਆ ਉਹ ਸੌਖੀ ਹੋ ਸਕੇ, ਅਫਸਰਾਂ ਦੀ ਗਿਣਤੀ ਉਸ ਰਫ਼ਤਾਰ ਨਾਲ ਵੱਧ ਸਕੇ ਜਿਸ ਰਫ਼ਤਾਰ ਨਾਲ ਸਾਡੀ ਆਬਾਦੀ ਵੱਧਦੀ ਹੈ।
ਪਰ ਇਹ ਜਿਹੜੀ ਜ਼ਿਲ੍ਹਿਆਂ ਦੀ ਬਣਾਉਣ ਦੀ ਜੇ ਆਬਾਦੀ ਦੇ ਸਿਸਟਮ ਦੇ ਹਿਸਾਬ ਨਾਲ ਜਾਂ ਉਹਦੇ ਹਿਸਾਬ ਨਾਲ ਜੇ ਬਣਾਈ ਜਾਵੇ ਤਾਂ ਫਿਰ ਗ੍ਰਹਿ ਮੰਤਰਾਲਿਆ ਆਬਾਦੀ ਦੇ ਸਿਸਟਮ ਦੇ ਨਾਲ ਜਿਹੜਾ ਉਸ ਚੀਜ਼ ਨੂੰ ਐਨਾਲਾਈਜ਼ ਕਰਦਾ ਤੇ ਫਿਰ ਜ਼ਿਲ੍ਹਾ ਜਿਹੜਾ ਬਣਾਉਂਦੇ ਆ ਜੀ। ਪਰ ਇੱਥੇ ਜਦੋਂ ਵੀ ਜ਼ਿਲ੍ਹੇ ਬਣਾਏ ਜਾਂਦੇ ਆ ਲੋਕਾਂ ਦੀ ਮੰਗ ਨੂੰ ਦੇਖ ਕੇ ਜਾਂ ਲੀਡਰਾਂ ਦੇ ਉੱਥੇ ਕੈਬਨਿਟ ਦੇ ਵਿੱਚ ਉਹਨਾਂ ਦੇ ਭਾਰ ਨੂੰ ਦੇਖ ਕੇ ਜਿਹੜੇ ਆ ਜ਼ਿਲ੍ਹੇ ਬਣਾ ਦਿੱਤੇ ਜਾਂਦੇ ਆ। ਨਵੇਂ ਸ਼ਹਿਰ ਨੂੰ ਜਦੋਂ ਜ਼ਿਲ੍ਹਾ ਬਣਾਇਆ ਸੀ ਤੇ ਸਾਨੂੰ ਲੱਗਦਾ ਨਹੀਂ ਸੀ ਕਿ ਉਸ ਜ਼ਿਲ੍ਹੇ ਨੂੰ ਜ਼ਿਲ੍ਹਾ ਬਣਾਉਣ ਦੀ ਲੋੜ ਆ, ਬਹੁਤ ਦੂਰੀ ਨਹੀਂ ਸੀ ਉਹਦੀ ਜਲੰਧਰ ਤੋਂ, ਹੁਸ਼ਿਆਰਪੁਰ ਤੋਂ ਜਾਂ ਰੋਪੜ ਤੋਂ ਜੀ। ਤੇ ਇਸ ਤਰ੍ਹਾਂ ਹੀ ਜਦੋਂ ਹੁਣ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾਇਆ ਹੈ, ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੋਣਾ, 2 ਜਾਂ 3 ਤਹਿਸੀਲਾਂ ਨੇ ਇਹਦੇ ਵਿੱਚ। ਤੇ ਇਸ ਜ਼ਿਲ੍ਹੇ ਨੂੰ ਬਣਾਉਣ ਨੂੰ ਜਿਹੜੀ ਤੁਸੀਂ ਸਿਆਸੀ ਖਹਿਬਾਜ਼ੀ ਦੀ ਗੱਲ ਕੀਤੀ ਆ, ਉਹ ਬੀਜੇਪੀ ਨੂੰ ਉਹਦੇ 'ਚ ਇੱਕ ਸਮੱਸਿਆ ਜ਼ਰੂਰ ਆਈ ਆ, ਕਿਉਂਕਿ ਮਲੇਰਕੋਟਲਾ ਇੱਕ ਮਾਤਰ ਪੰਜਾਬ ਦਾ ਐਸਾ ਸ਼ਹਿਰ ਹੈ ਜਿੱਥੇ ਮੁਸਲਮਾਨ ਬਹੁਤ ਗਿਣਤੀ ਦੇ ਵਿੱਚ ਰਹਿੰਦੇ ਨੇ ਤੇ ਮੈਜੋਰਟੀ ਉੱਥੇ ਉਸ ਸ਼ਹਿਰ ਦੇ ਵਿੱਚ ਉਹਨਾਂ ਲੋਕਾਂ ਦੀ, ਉਹਦੇ ਆਲੇ ਦੁਆਲੇ ਜਿਹੜਾ ਭਾਈਚਾਰਾ ਹੈ ਸਾਰਾ ਉਹਨਾਂ ਦਾ ਹੈ। ਤੇ ਬੀਜੇਪੀ ਨੇ ਆਪਣੀ ਜਿਹੜੀ ਪੱਕੀ ਉਹਨਾਂ ਦੀ ਲਾਈਨ ਆਫ ਥਾਟ ਆ ਉਹਦੇ ਤੇ ਰੱਖਦੇ ਹੋਏ ਬੀਜੇਪੀ ਦੇ ਵਿੱਚ ਵੀ ਉੱਤਰ ਪ੍ਰਦੇਸ਼ ਤੋਂ ਜਿਹੜੇ ਉਹਨਾਂ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆ, ਉਹਨਾਂ ਨੇ ਕਿਹਾ ਹੋਇਆ ਕਿ ਪੰਜਾਬ ਦੇ ਵਿੱਚ ਜਿਹੜੀ ਫਿਰਕੂ ਸੋਚ ਦੇ ਅਧੀਨ ਜਿਹੜਾ ਜ਼ਿਲ੍ਹਾ ਆ ਉਹ ਮੁਸਲਮਾਨਾਂ ਲਈ ਬਣਾਇਆ ਗਿਆ, ਜਦ ਕਿ ਉਸ ਸ਼ਹਿਰ ਦੇ ਵਿੱਚ ਹੋਰ ਕਬੀਲੇ ਦੇ, ਹੋਰ ਧਰਮ ਦੇ, ਹੋਰ ਜਾਤਾਂ ਦੇ ਲੋਕ ਵੀ ਰਹਿੰਦੇ ਨੇ। ਉਹਦਾ ਕੋਈ ਫਿਰਕੂ ਕਾਰਨ ਸਾਨੂੰ ਨਜ਼ਰ ਨਹੀਂ ਆਉਂਦਾ। ਹਾਲਾਂਕਿ ਇਹ ਗੱਲ ਬਿਲਕੁਲ ਦਰੁਸਤ ਆ ਸਾਡੀ ਸਮਝ ਦੇ ਮੁਤਾਬਕ। ਇਸ ਵੇਲੇ ਇਲੈਕਸ਼ਨ ਦੇ ਕੁਝ ਮਹੀਨੇ ਰਹਿੰਦੇ ਆ ਤੇ ਇੱਕ ਜ਼ਿਲ੍ਹੇ ਨੂੰ ਜ਼ਿਲ੍ਹਾ ਐਲਾਨ ਦੇਣਾ ਸਿਰਫ ਉੱਥੋਂ ਦੇ ਲੋਕਾਂ ਨੂੰ ਖੁਸ਼ ਕਰਨ ਦੀ ਗੱਲ ਹੀ ਹੈ, ਪਰ ਉਹਦੇ ਵਿੱਚ ਫਿਰਕੂ ਤਾਕਤਾਂ ਨੂੰ ਜੋੜ ਕੇ ਜਿਹੜਾ ਉਹ ਦੇਖਿਆ ਜਾਣਾ, ਇਹ ਕਿਸੇ ਤਰੀਕੇ ਨਾਲ ਇਹ ਸਮਝ ਨਹੀਂ ਆਉਂਦੀ ਜੋਗੀ ਸਾਹਿਬ ਦੀ ਗੱਲ। ਪਰ ਉਸ ਤੋਂ ਪਹਿਲਾਂ ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ, ਸਿਰਫ ਔਰ ਸਿਰਫ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਈਦ ਵਾਲੇ ਦਿਨ ਉਹਨਾਂ ਨੂੰ ਤੋਹਫਾ ਦੇ ਦੇਣਾ ਕਿ ਅਸੀਂ ਤੁਹਾਨੂੰ ਇੱਕ ਜ਼ਿਲ੍ਹਾ ਦਾ ਅਨਾਉਂਸ ਕਰ ਦਿੰਦੇ ਹਾਂ, ਤੁਹਾਡਾ ਜਿਹੜਾ ਸ਼ਹਿਰ ਹੈ ਉਹ ਜ਼ਿਲ੍ਹਾ ਬਣ ਗਿਆ। ਉੱਥੇ 12 ਕਰੋੜ ਰੁਪਈਆ ਬੱਸ ਸਟੈਂਡ ਨੂੰ ਦੇ ਦਿੱਤਾ, ਕੁਝ ਕਰੋੜ ਰੁਪਈਆ ਇੱਕ ਕੁੜੀਆਂ ਦੇ ਕਾਲਜ ਨੂੰ ਦੇ ਦਿੱਤਾ। ਇੰਨਾ ਕਹਿਣ ਦੇ ਨਾਲ ਜ਼ਿਲ੍ਹਾ ਨਹੀਂ ਬਣ ਜਾਣਾ। ਜੇ ਮੈਂ ਇਸੇ ਸਰਕਾਰ ਦੀ ਗੱਲ ਕਰਾਂ ਤਾਂ ਇਹਨਾਂ ਨੇ ਬੀਤੇ ਦੇ ਵਿੱਚ 3 ਤਹਿਸੀਲਾਂ ਬਣਾਈਆਂ, ਲੋਪੋਕੇ, ਬਿਆਸ ਤੇ ਸ਼ਾਮ 84। ਬਾਕੀਆਂ ਦਾ ਮੈਨੂੰ ਪਤਾ ਨਹੀਂ, ਪਰ ਮੈਨੂੰ ਮਾਣ ਆ, ਪੂਰੀ ਆਸ ਆ ਵੀ 3 ਸ਼ਹਿਰਾਂ ਦੇ ਵਿੱਚ ਜਿਹੜੀਆਂ ਤਹਿਸੀਲਾਂ ਬਣਾਈਆਂ ਕਿਤੇ ਵੀ ਤਹਿਸੀਲ ਦੀ ਬਿਲਡਿੰਗ ਨਹੀਂ ਬਣੀ, ਨਾ ਕੋਈ ਨਵਾਂ ਤਹਿਸੀਲਦਾਰ ਭਰਤੀ ਕੀਤਾ, ਨਾ ਹੀ ਕੋਈ ਹੋਰ ਅਮਲਾ ਜਿਹੜਾ ਆ ਉਹ ਭਰਤੀ ਕੀਤਾ। ਸ਼ਾਮ 84 ਦਾ ਇੱਕ ਧਾਰਮਿਕ ਜਗ੍ਹਾ ਤੋਂ 2 ਜਾਂ 3 ਕਮਰੇ ਕਿਰਾਏ ਤੇ ਲੈ ਕੇ ਤੇ ਉੱਥੇ ਤਹਿਸੀਲ ਦਾ ਉਦਘਾਟਨ ਕਰ ਦਿੱਤਾ। ਜੇ ਤੁਸੀਂ ਉਹਨੂੰ ਬਣਾਉਣਾ ਆ, ਉਹਦੀ ਇੱਕ ਪਲੈਨਿੰਗ ਰੱਖੋ, ਉਹਦੇ ਲਈ ਕੋਈ ਜਗ੍ਹਾ ਚੂਜ਼ ਕਰੋ, ਉੱਥੇ ਇੱਕ ਬਿਲਡਿੰਗ ਸ਼ਾਨਦਾਰ ਬਣਾਈ ਜਾਵੇ। ਤਹਿਸੀਲ ਦਾ ਦਫ਼ਤਰ ਹੈ, ਉੱਥੇ ਲੋਕਾਂ ਨੇ ਆਉਣਾ ਹੈ, ਮੈਜਿਸਟ੍ਰੇਟ ਹੈ ਤਹਿਸੀਲਦਾਰ ਜਿਹੜਾ ਹੈ ਮੌਕੇ ਦਾ, ਉੱਥੇ ਵਕੀਲਾਂ ਨੇ ਵੀ ਆਉਣਾ ਹੈ, ਅਸ਼ਟਾਮ ਫਰੋਸ਼ਾਂ ਲਈ ਦਫ਼ਤਰ ਬਣਨੇ ਨੇ, ਪਟਵਾਰੀਆਂ ਦਾ ਉੱਥੇ ਆਉਣਾ ਜਾਣਾ ਹੈ, ਆਮ ਲੋਕਾਂ ਨੇ ਆਉਣਾ ਜਾਣਾ ਹੈ। ਗੱਲ ਇਹ ਨਹੀਂ ਹੈਗੀ ਕਿ ਤੁਸੀਂ ਇੱਕ ਅਨਾਉਂਸਮੈਂਟ ਕਰ ਦਿੱਤੀ ਕਿ ਜ਼ਿਲ੍ਹਾ ਬਣ ਗਿਆ ਤੇ ਡਿਪਟੀ ਕਮਿਸ਼ਨਰ ਦਾ ਦਫ਼ਤਰ ਬਣੇਗਾ। ਜਿਹੜੇ 100 ਸਾਲ ਤੋਂ ਪੁਰਾਣੇ ਜ਼ਿਲ੍ਹੇ ਆ ਉਹਨਾਂ ਨੂੰ ਤਾਂ ਦਫ਼ਤਰ ਹਾਲੇ ਤੱਕ ਪੂਰੇ ਨਸੀਬ ਨਹੀਂ ਹੋਏ। ਫਿਰ ਸੈਸ਼ਨ ਜੱਜ ਨੇ ਬੈਠਣਾ ਹੈ, ਉੱਥੇ ਅਦਾਲਤ ਪਰਿਸਰ ਬਣਨਾ ਹੈ। ਸੋ ਇਹ ਸਿਰਫ ਜਿਹੜੇ ਐਲਾਨ ਆ ਇਹ ਉਦੋਂ ਕਰਨੇ ਚਾਹੀਦੇ ਆ ਜਦੋਂ ਉਹਨਾਂ ਲਈ ਤੁਸੀਂ ਲੋੜੀਂਦੀ ਜਿਹੜੀ ਤਿਆਰੀ ਆ ਉਹ ਕਰ ਲਈ ਹੋਵੇ ਤੇ ਉਹ ਚੀਜ਼ਾਂ ਹੋ ਗਈਆਂ ਹੋਣ। ਤੇ ਜਿਹੜੀ ਸਾਡੀ ਸੱਤਾਧਾਰੀ ਧਿਰ ਆ ਕੇਂਦਰ ਦੀ, ਉਹਨੂੰ ਸਮੇਂ-ਸਮੇਂ ਤੇ ਆਪਣੀ ਜਿਹੜੀ ਲਾਈਨ ਕਹਿਣ ਦਾ ਮੌਕਾ ਮਿਲ ਜਾਂਦਾ। ਉਹਨਾਂ ਦਾ ਜਿਹੜਾ ਤਰੀਕਾ ਆ ਸੱਤਾ ਦੇ ਵਿੱਚ ਰਹਿਣ ਦਾ ਉਹ ਉਹੀ ਆ ਕਿ ਅਸੀਂ ਤਾਂ ਲੋਕਾਂ ਨੂੰ ਧਰਮ ਦੇ ਆਧਾਰ ਤੇ ਜਿਹੜੀ ਪੋਲਰਾਈਜੇਸ਼ਨ ਆ ਉਹ ਕਰਦੇ ਰਹੀਏ। ਹੁਣ ਉਹਨਾਂ ਦਾ ਇਹ ਗੱਲ ਕਹਿ ਦੇਣੀ ਕਿ ਮੁਸਲਿਮ ਆਧਾਰ ਦੇ ਉੱਤੇ ਜਿਹੜਾ ਜ਼ਿਲ੍ਹਾ ਬਣਾਇਆ ਹੈ, ਜਦ ਕਿ ਉਸ ਸ਼ਹਿਰ ਦਾ ਨਾਮ ਮਲੇਰਕੋਟਲਾ ਹੈ। ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਬਹੁਤ ਸ਼ਹਿਰ ਹੋਣੇ ਜਿਨ੍ਹਾਂ ਦੇ ਨਾਮ ਮੁਸਲਮਾਨਾਂ ਵਾਲੇ ਨੇ। ਇਕੱਠੇ ਲੋਕ ਸੀ ਭਾਰਤ ਤੇ ਪਾਕਿਸਤਾਨ ਤੇ ਬੰਗਲਾਦੇਸ਼ ਦੀ ਵੰਡ ਤੋਂ ਪਹਿਲਾਂ, ਤੇ ਨਾਮ ਤੇ ਸਾਡੇ ਉਹੀ ਨੇ। ਹਾਲਾਂਕਿ ਇਸ ਸਰਕਾਰ ਨੇ ਬਹੁਤ ਸਾਰੇ ਨਾਮ ਬਦਲੇ ਨੇ, ਯੋਗੀ ਸਰਕਾਰ ਨੇ, ਪਰ ਉਹਨਾਂ ਨੂੰ ਇਹ ਜਿਹੜੀ ਗੱਲ ਆ ਉਹ ਹਜਮ ਨਹੀਂ ਹੋ ਰਹੀ। ਉਹਨਾਂ ਦਾ ਜਿਹੜਾ ਹਾਜ਼ਮਾ ਆ, ਜਿੱਦਾਂ ਮੈਂ ਦੱਸਿਆ ਕਿ ਉਹਨਾਂ ਦੀ ਥਾਟ ਜਿਹੜੀ ਪ੍ਰਣਾਲੀ ਆ ਉਹ ਕਿਸੇ ਹੋਰ ਤਰੀਕੇ ਦੀ ਆ। ਪਰ ਦੋਨੋਂ ਸਰਕਾਰਾਂ, ਚਾਹੇ ਉਹ ਸੈਂਟਰ ਸਰਕਾਰ ਆ ਚਾਹੇ ਉਹ ਸਟੇਟ ਸਰਕਾਰ ਆ, ਸਿਰਫ ਔਰ ਸਿਰਫ ਆਪਣੀਆਂ ਵੋਟਾਂ ਨੂੰ ਦੇਖਦੇ ਹੋਏ ਕੰਮ ਕਰ ਰਹੇ ਆ। ਨਾ ਤਾਂ ਇਹਨਾਂ ਦਾ ਕੋਈ ਇੱਛਾ ਆ ਕਿ ਜ਼ਿਲ੍ਹਾ ਬਣਾ ਕੇ ਅਸੀਂ ਉੱਥੇ ਲੋਕ ਭਲਾਈ ਦੇ ਕੰਮ ਕਰਨੇ। ਜਿੱਦਾਂ ਮੈਂ ਦੱਸਿਆ ਕਿ ਕਦੇ 12 ਸੀ, ਹੁਣ 23 ਹੋ ਗਏ। ਜਿਹੜੇ ਜ਼ਿਲ੍ਹੇ ਬਣਾਏ ਗਏ ਨੇ, ਜਿਹੜੇ ਵੀ ਸ਼ਹਿਰਾਂ ਨੂੰ ਜ਼ਿਲ੍ਹਾ ਅਨਾਉਂਸ ਕੀਤਾ, ਕੀ ਉੱਥੇ ਕੋਈ ਲੋਕਾਂ ਦੇ ਜੀਵਨ ਮਿਆਰ ਦੇ ਵਿੱਚ ਕੁਝ ਸੋਧ ਹੋਈ ਆ? ਕੀ ਉੱਥੇ ਗੰਦ ਘਟਿਆ? ਕੀ ਉੱਥੇ ਸੈਸ਼ਨ ਜੱਜ ਬਣਨ ਦੇ ਨਾਲ ਲੋਕਾਂ ਨੂੰ ਅਦਾਲਤੀ ਸੁਵਿਧਾਵਾਂ ਸੌਖੀਆਂ ਮਿਲਣ ਲੱਗੀਆਂ? ਕੀ ਨਿਆਂ ਪ੍ਰਣਾਲੀ ਸਿਸਟਮ 'ਚ ਆਈ? ਕੀ ਡੀਸੀ ਬਣਨ ਦੇ ਨਾਲ ਕੋਈ ਸਮੱਸਿਆਵਾਂ ਸੁਧਰੀਆਂ? ਤੇ ਸਾਡਾ ਜਵਾਬ ਉਹੀ ਹੋਣਾ ਕਿ ਨਹੀਂ। ਬਿਲਕੁਲ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਮੂੰਹ ਹਿਲਾਉਣ ਨਾਲ ਜ਼ਿਲ੍ਹੇ ਤੇ ਤਹਿਸੀਲਾਂ ਨਹੀਂ ਬਣਦੀਆਂ। ਕੁਲਦੀਪ ਜੀ, ਅਗਲੇ ਮੁੱਦੇ ਵੱਲ ਗੱਲ ਕਰਦੇ ਹਾਂ। ਬੇਅਦਬੀ ਕਾਂਡ ਤੇ ਗੋਲੀ ਕਾਂਡ ਨੂੰ ਲੈ ਕੇ ਨਵੀਂ ਸਿੱਟ ਨੇ ਕੁਝ ਕਾਰਵਾਈ ਕੀਤੀ ਹੈ, ਕੀ ਹੈ ਜੀ, ਵਿਸਥਾਰ 'ਚ ਦੱਸੋ ਸਾਨੂੰ। ਬੇਸਿਕਲੀ ਤਾਂ ਗੱਲ ਇਹ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਘਿਰੀ ਹੋਈ ਹੈ ਕਈ ਪਾਸਿਆਂ ਤੋਂ। ਜਦੋਂ ਤੋਂ ਹਾਈ ਕੋਰਟ ਨੇ ਰੱਦ ਕਰ ਦਿੱਤਾ ਸਿੱਟ ਨੂੰ ਪਹਿਲੀ ਨੂੰ, ਤੇ ਨਵੀਂ ਸਿੱਟ ਬਣਾ ਕੇ 1 ਸਾਲ ਦੇ ਵਿੱਚ ਜਾਂ ਕੁਝ ਛੇਤੀ ਤੋਂ ਛੇਤੀ ਜਿਹੜਾ ਸੀ ਇਸ ਦਾ ਕੁਝ ਕਰਨ ਲਈ ਆਖਿਆ, ਤੇ ਫਿਰ ਹੱਥਾਂ ਪੈਰਾਂ ਦੀ ਪਈ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਉਹਨਾਂ ਦੀ ਸਰਕਾਰ ਨੂੰ। ਪਹਿਲੀ ਸਿੱਟ ਜਿਹੜੀ ਸੀ ਉਸ ਦੀ ਅਗਵਾਈ DIG ਖੱਟੜਾ ਕਰ ਰਹੇ ਸਨ। ਕੁੰਵਰ ਵਿਜੇ ਪ੍ਰਤਾਪ ਵਾਲੀ ਗੋਲੀ ਕਾਂਡ ਦੀ ਹੈ, ਇਹ ਬੇਅਦਬੀ ਕਾਂਡ ਦੀ ਗੱਲ ਮੈਂ ਕਰ ਰਿਹਾ। ਤੇ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟਾਂ ਦੇ ਹੁਕਮਾਂ ਮਗਰੋਂ 4 ਜਨਵਰੀ ਨੂੰ ਸਰਕਾਰ ਨੇ ਜਿਹੜੀ ਹੈ SPS ਪਰਮਾਰ ਦੀ ਅਗਵਾਈ ਦੇ ਵਿੱਚ ਇਹ ਸਿੱਟ ਜਿਹੜੀ ਨਵੀਂ ਬਣਾ ਦਿੱਤੀ। 1 ਮਹੀਨਾ ਉਹਨਾਂ ਨੇ ਜਾਂਚ ਕੀਤੀ ਹੈ।
ਹਾਲਾਂਕਿ ਥੋੜੇ ਦਿਨ ਪਹਿਲਾਂ ਇਹ ਗੱਲ ਆਈ ਸੀ ਕਿ ਇਹ ਸਿੱਟ ਜਿਹੜੀ ਆ ਅਜੇ ਤੱਕ ਪਿੰਡ ਦੇ ਵਿੱਚ ਵੜੀ ਤੱਕ ਨਹੀਂ ਸੀ ਜੀ। ਤੇ ਇਹ ਜਾਂਚ ਕਿੱਥੋਂ ਮੁਕੰਮਲ ਕਰ ਲਏਗੀ ਸਮੇਂ ਸਿਰ। ਤੇ ਖੈਰ ਹੁਣ ਉਹਨਾਂ ਨੇ ਇਸ ਦੇ ਵਿੱਚ ਕਾਰਵਾਈ ਕਰਦੇ ਹੋਏ 6 ਵਿਅਕਤੀਆਂ ਨੂੰ ਫੜਿਆ ਤੇ ਮੰਨਿਆ ਜਾਂਦਾ ਹੈ ਕਿ ਸਰੂਪ ਚੋਰੀ ਕਰਨ ਤੇ ਉਹਨਾਂ ਦੀ ਬੇਅਦਬੀ ਕਰਨ ਦੇ ਵਿੱਚ ਇਹ ਵਿਅਕਤੀ ਸ਼ਾਮਲ ਹੋ ਸਕਦੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਇਹ ਕੌਣ ਲੋਕ ਨੇ, ਨਾਮ ਤਾਂ ਉਹਨਾਂ ਦਿੱਤੇ ਗਏ ਨੇ ਜਾਂ ਕਿਸ ਗਰੁੱਪ ਨਾਲ ਸੰਬੰਧਿਤ ਨੇ, ਇਹ ਜਾਣਕਾਰੀ ਨਹੀਂ ਦਿੱਤੀ ਗਈ। ਇਹ ਸਾਰੇ ਵਿਅਕਤੀ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਨੇ। ਮੈਂ ਥੋੜੀ ਜਿਹੀ ਜਾਣਕਾਰੀ ਦੇਵਾਂ ਕਿਉਂਕਿ ਇੰਨਾ ਕੁਝ ਹੋਇਆ ਤੇ 1 ਜੂਨ ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਨੇ ਤੇ ਬਾਅਦ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ 24 ਸਤੰਬਰ ਨੂੰ ਬਰਗਾੜੀ ਦੇ ਵਿੱਚ ਪੋਸਟਰ ਲੱਗਦੇ ਨੇ ਕਿ ਜਿਹੜਾ 1 ਜੂਨ ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸਾਡੇ ਕਬਜ਼ੇ ਦੇ ਵਿੱਚ ਹੈ। ਤੇ ਅਕਤੂਬਰ ਮਹੀਨੇ ਦੇ ਵਿੱਚ ਬਰਗਾੜੀ ਪਿੰਡ ਦੇ ਵਿੱਚ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਜਿਹੜੇ ਸੀ ਉਹ ਖਿਲਾਰ ਦਿੱਤੇ ਗਏ ਤੇ ਇਹ 12 ਅਕਤੂਬਰ ਦੀ ਘਟਨਾ ਹੈ। ਅਣਪਛਾਤੇ ਵਿਅਕਤੀਆਂ ਤੇ ਸਾਰੇ ਪਰਚੇ ਦਰਜ ਹੋਏ, ਮੋਰਚੇ ਲੱਗੇ, ਇੰਨਾ ਜ਼ਿਆਦਾ ਪੰਜਾਬ ਦੇ ਵਿੱਚ ਰੌਲਾ ਰੱਪਾ ਪਿਆ। ਉਸ ਤੋਂ ਬਾਅਦ ਕੋਟਕਪੂਰਾ ਗੋਲੀकांड ਤੇ ਬਹਿਬਲ ਕਲਾ ਗੋਲੀकांड ਦਾ ਮੁੱਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ, ਉਹ ਸਾਰਿਆਂ ਨੂੰ ਪਤਾ ਹੈ। ਇਸ ਦੀ ਜਾਂਚ ਵਾਸਤੇ ਸਿੱਟ ਟੀਮਾਂ ਨੇ, ਪੁਲਿਸ ਦੀ ਅਗਵਾਈ ਹੈ ਜਾਂ ਕਿਸੇ ਹੋਰ ਨੂੰ ਜਾਂਚ ਜਿਹੜੀ ਹੈ CBI ਨੂੰ ਵੀ ਦੇਣ ਦੀ ਗੱਲ ਵਿੱਚ ਚੱਲਦੀ ਰਹੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਚੋਣਾਂ ਦੇ ਵੇਲੇ ਇਹ ਵਾਅਦਾ ਕਰ ਲਿਆ ਸੀ ਪੰਜਾਬ ਦੇ ਲੋਕਾਂ ਨਾਲ ਕਿ ਅਸੀਂ ਇਹਨਾਂ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਡੱਕ ਦੇਵਾਂਗੇ। ਤੇ ਜਦੋਂ ਹੁਣ ਇਹ ਮੌਕੇ ਤੇ ਆ ਕੇ ਕੁੰਵਰ ਵਿਜੇ ਪ੍ਰਤਾਪ ਵਾਲੀ ਜਾਂਚ ਕਮੇਟੀ ਜਿਹੜੀ ਸੀ ਉਹ ਰੱਦ ਕਰ ਦਿੱਤੀ ਗਈ ਤੇ ਉਹਨਾਂ ਦੀ ਰਿਪੋਰਟ ਵੀ ਨਾਲ ਹੀ ਕੋਰਟ ਨੇ ਰੱਦ ਕਰ ਦਿੱਤੀ ਤੇ ਕੈਪਟਨ ਅਮਰਿੰਦਰ ਸਿੰਘ ਹੋਰ ਕੁਝ ਨਹੀਂ ਕਰ ਸਕੇ ਤੇ ਉਹਨਾਂ ਦੇ ਪਾਰਟੀ ਦੇ ਅੰਦਰੋਂ ਵੱਡੀਆਂ ਬਾਗੀ ਸੁਰਾਂ ਜਿਹੜੀਆਂ ਸੀ ਉਹ ਉੱਠਣੀਆਂ ਸ਼ੁਰੂ ਹੋ ਗਈਆਂ। ਹੁਣ ਇਸ ਦਾ ਥੋੜੀ ਜਿਹੀ ਤਸੱਲੀ ਤਾਂ ਉਹਨਾਂ ਨੂੰ ਮਿਲੇਗੀ, ਕਾਂਗਰਸ ਪਾਰਟੀ ਦੀ ਮੈਂ ਗੱਲ ਕਰਦਾ, ਤੇ ਥੋੜੀ ਜਿਹੀ ਤਸੱਲੀ ਤਾਂ ਉਹਨਾਂ ਨੂੰ ਮਿਲੇਗੀ ਕਿ ਇਸ ਦੇ ਨਾਲ ਕੀ ਹੋ ਰਿਹਾ। ਤਾਂ ਜਿਹੜਾ ਹੋ ਰਿਹਾ ਸੀ ਉਸ ਦੇ ਵਿੱਚ ਸ਼ਾਇਦ ਲੋਕਾਂ ਨੂੰ ਗੱਲ ਸਮਝ ਆਵੇ। ਪੋਲੀਟੀਕਲ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਰਾਜਨੀਤਿਕ ਪੱਖ ਤੋਂ, ਵੀ ਸ਼ਾਇਦ ਲੋਕਾਂ ਨੂੰ ਇਸ ਤਰ੍ਹਾਂ ਲੱਗੇ ਕਿ ਕੈਪਟਨ ਸਰਕਾਰ ਬੈਠੀ ਨਹੀਂ ਹੋਈ, ਇਹ ਕੋਈ ਨਾ ਕੁਝ ਕਰ ਰਹੇ ਨੇ ਤੇ ਉਹਨਾਂ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ, ਉਹਨਾਂ ਤੇ ਕੇਸ ਛੇਤੀ ਤੋਂ ਛੇਤੀ ਦਰਜ ਕਰਕੇ ਕਿਹੜਾ ਕੇਸ ਕਿਵੇਂ ਪਾਇਆ ਜਾਂਦਾ, ਇਹ ਸਾਰੀਆਂ ਗੱਲਾਂ ਆਉਣਗੀਆਂ। ਪਰ ਅਜੇ ਇਸ ਦੇ ਵਿੱਚ ਸਿਰਫ ਸ਼ੁਰੂਆਤੀ ਗ੍ਰਿਫਤਾਰੀਆਂ ਨੇ। ਇੰਨੀ ਛੇਤੀ ਜਿਹੜੀ ਜਾਂਚ ਇਸ ਸਿੱਟ ਨੇ ਮੁਕੰਮਲ ਕੀਤੀ ਹੈ ਤੇ ਉਹਨਾਂ ਨੇ ਗ੍ਰਿਫਤਾਰੀਆਂ ਕਰ ਲਈਆਂ ਨੇ ਵਿਅਕਤੀਆਂ ਦੀਆਂ। ਕੀ ਅਦਾਲਤ ਇਸ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ, ਜੋ ਵਿਅਕਤੀ ਇਸ ਨੂੰ ਕਿਵੇਂ ਚੈਲੰਜ ਕਰਦੇ ਨੇ ਜਾਂ ਡਿਫੈਂਸ ਦੇ ਵਕੀਲ ਜਿਹੜੇ ਨੇ ਜਦੋਂ ਸਾਹਮਣੇ ਆਉਣਗੇ ਤਾਂ ਫਿਰ ਕਿਹੋ ਜਿਹੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਇਸ ਸਿੱਟ ਉਹਨਾਂ ਦਾ ਕੀ ਜਵਾਬ ਦੇਵੇਗੀ, ਇਸ ਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਕਾਂਗਰਸ ਦੀ ਅੰਦਰੂਨੀ ਲੜਾਈ ਦਿਨੋਂ ਦਿਨ ਤੇਜ਼ ਹੁੰਦੀ ਜਾ ਰਹੀ ਹੈ ਤੇ ਹੁਣ ਇਸ ਵੇਲੇ ਕੀ ਵਾਪਰ ਰਿਹਾ ਉਹਨਾਂ 'ਚ? ਜੇ ਤਾਂ ਲੋਕਤੰਤਰਕ ਪ੍ਰਕਿਰਿਆਵਾਂ ਦੇ ਵਿੱਚ ਵਿਸ਼ਵਾਸ ਕਰੀਏ ਤੇ ਇਹ ਕੋਈ ਲੜਾਈ ਨਹੀਂ, ਇਹ ਮੁੱਦਿਆਂ ਦੀ ਗੱਲ ਹੈ। ਇਹ ਤਾਂ ਹੋਣੀ ਚਾਹੀਦੀ ਹੈ। ਜਿਸ ਪਾਰਟੀ ਦਾ ਹਾਲ ਇਹ ਹੈ ਕਿ ਉੱਥੇ ਕੋਈ ਆਵਾਜ਼ ਹੀ ਨਹੀਂ ਉਠਾ ਸਕਦਾ, ਕੋਈ ਗੱਲ ਕਰ ਹੀ ਨਹੀਂ ਸਕਦਾ, ਤੇ ਜਦੋਂ ਕੋਈ ਗੱਲ ਕਰੇਗਾ ਤੇ ਚੁੱਕ ਕੇ ਬਾਹਰ ਦਾ ਰਸਤਾ ਵਿਖਾਤਾ ਜਾਵੇਗਾ, ਅਨੁਸ਼ਾਸਨੀ ਕਾਰਵਾਈ ਦਾ ਨੋਟਿਸ ਆ ਜਾਵੇਗਾ। ਕਾਂਗਰਸ ਵੀ ਇਹੋ ਕੁਝ ਹੀ ਕਰਦੀ ਰਹੀ ਹੈ। ਅਮਰਿਤ ਜੀ ਪਹਿਲਾਂ ਗੱਲ ਕਰ ਰਹੇ ਸੀ ਦਿੱਲੀ ਵਿੱਚ ਪੋਸਟਰਾਂ ਦੀ ਕਿ ਇਸ ਤਰ੍ਹਾਂ ਲੋਕਤੰਤਰਿਕ ਆਵਾਜ਼ਾਂ, ਲੋਕਤੰਤਰ ਦੇ ਸਿਸਟਮ ਦੇ ਵਿੱਚ ਇਸ ਤਰ੍ਹਾਂ ਆਵਾਜ਼ਾਂ ਨੂੰ ਦੱਬਣ ਦਾ ਤੇ ਉਹਨਾਂ ਨੂੰ ਘੁੱਟ ਕੇ ਰੱਖਣ ਦਾ ਤੇ ਲੁਕਾਉਣ ਦਾ ਯਤਨ ਕੀਤਾ ਜਾ ਰਿਹਾ। ਇਹ ਪਹਿਲਾਂ ਵੀ ਹੁੰਦਾ ਰਿਹਾ ਪਰ ਹੁਣ ਕੁਝ ਹੋਰ ਹਿਸਾਬ ਦਾ ਹੋ ਰਿਹਾ। ਪੰਜਾਬ ਕਾਂਗਰਸ ਦੀ ਲੜਾਈ ਇਸ ਕਰਕੇ ਥੋੜੀ ਜਿਹੀ ਮੂਹਰਲੀਆਂ ਸਫਾਂ ਤੇ ਆ ਰਹੀ ਹੈ ਕਿ ਕਾਂਗਰਸ ਦੀ ਸਥਿਤੀ ਕੇਂਦਰੀ ਪੱਧਰ ਤੇ ਡਾਮਾਡੋਲ ਹੈ। ਜੇ ਇਮੈਜਿਨ ਕਰ ਲਈਏ ਕਿ 10-20 ਸਾਲ ਪਿੱਛੇ ਲੈ ਜਾਈਏ ਕਿ ਕਾਂਗਰਸ ਦੇ ਵਿੱਚ ਕੇਂਦਰ ਦੇ ਵਿੱਚ ਕਾਂਗਰਸ ਸਰਕਾਰ ਮਜ਼ਬੂਤ ਹੁੰਦੀ ਜਾਂ ਪਾਰਟੀ ਮਜ਼ਬੂਤ ਹੁੰਦੀ ਤੇ ਫਿਰ ਪੰਜਾਬ ਦੇ ਵਿੱਚ ਕਾਂਗਰਸ ਕੁਝ ਅਜਿਹਾ ਹੁੰਦਾ ਤੇ ਫਿਰ ਕਿਸ ਤੇ ਅਨੁਸ਼ਾਸਨੀ ਕਾਰਵਾਈ ਹੁੰਦੀ। ਇਹ ਗੱਲ ਅਸੀਂ ਸਿਰਫ ਸੋਚ ਸਕਦੇ ਹਾਂ। ਨਵਜੋਤ ਸਿੱਧੂ ਨੇ, ਪ੍ਰਗਟ ਸਿੰਘ ਨੇ, ਸੁਖਜਿੰਦਰ ਰੰਧਾਵਾ ਨੇ, ਚਰਨਜੀਤ ਚੰਨੀ ਨੇ, ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਸਾਰੇ ਆਪੋ ਆਪਣਾ ਰਾਗ ਬੈਠੇ ਆਪੋ ਆਪਣੀ ਜਗ੍ਹਾ ਤੇ ਅਲਾਪ ਰਹੇ ਨੇ। ਸੁਖਜਿੰਦਰ ਸਿੰਘ ਰੰਧਾਵਾ ਨੇ ਤੇ ਅਸਤੀਫਾ ਵੀ ਕਹਿੰਦੇ ਪੇਸ਼ ਕਰ ਦਿੱਤਾ ਸੀ, ਇੱਕ ਹੋਰ ਸਾਥੀ ਨੇ ਵੀ, ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਨਹੀਂ ਇਹ ਨਹੀਂ। ਸੁਨੀਲ ਜਾਖੜ ਨੇ ਵੀ ਕਹਿਤਾ ਸੀ ਮੇਰਾ ਅਸਤੀਫਾ ਲੈ ਲਓ, ਉਹ ਵਾਪਸ ਕਰ ਦਿੱਤੇ ਅਸਤੀਫੇ। ਹੁਣ ਅਸਤੀਫੇ ਤੇ ਵਾਪਸ ਹੋ ਗਿਆ ਪਰ ਸੁਖਜਿੰਦਰ ਰੰਧਾਵਾ ਅਜੇ ਤੱਕ ਫਿਰ ਵੀ ਕੁਝ ਨਾ ਕੁਝ ਬੋਲ ਰਹੇ ਨੇ। ਉਹਨਾਂ ਨੇ ਕਿਹਾ ਕਿ ਮੈਨੂੰ ਇਹ ਗੱਲ ਕਹੀ ਜਾਂਦੀ ਹੈ ਜਾਂ ਮੇਰੇ ਤੱਕ ਸੁਨੇਹਾ ਪਹੁੰਚਦਾ ਹੈ ਕਿ ਮੈਂ ਅੰਦਰ ਖਾਤੇ ਨਵਜੋਤ ਸਿੱਧੂ ਨਾਲ ਜਾਂ ਪ੍ਰਗਟ ਸਿੰਘ ਨਾਲ ਜਾਂ ਪ੍ਰਤਾਪ ਸਿੰਘ ਬਾਜਵਾ ਨਾਲ ਮਿਲਦਾ ਗਿਲਦਾ ਤੇ ਉਹਨਾਂ ਕਿਹਾ ਇਹ ਕੋਈ ਮਾੜੀ ਗੱਲ ਹੈ ਮਿਲਣਾ ਗਿਲਣਾ, ਮੇਰੀ ਸਾਡੀ ਪਾਰਟੀ ਦੇ ਲੋਕ ਨੇ ਤੇ ਜੇ ਮੈਂ ਉਹਨਾਂ ਦੇ ਵਿਚਾਰ ਨਹੀਂ ਜਾਣਨੇ ਤੇ ਹੋਰ ਕਿਹਦੇ ਜਾਣਨੇ ਆ, ਤੇ ਸਾਨੂੰ ਗੱਲ ਕਰਨ ਦਾ ਪੂਰਾ ਅਧਿਕਾਰ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਪਿਤਾ ਸਮਾਨ ਨੇ, ਮੇਰੇ ਬਾਪ ਨੇ ਮੈਨੂੰ ਕਿਹਾ ਸੀ ਕਿ ਪਾਰਟੀ ਦੇ ਹੱਕ ਨੂੰ ਮੂਹਰੇ ਰੱਖਣਾ ਤੇ ਪਾਰਟੀ ਦੀ ਗੱਲ ਕਰਨੀ ਹੈ ਤੇ ਆਪਣੇ ਭੁੱਲਣੇ ਨਹੀਂ ਅਸੂਲ ਕਦੇ ਵੀ, ਪਾਰਟੀ ਦਾ ਪੱਲਾ ਨਹੀਂ ਛੱਡਣਾ। ਮੈਂ ਛੱਡ ਨਹੀਂ ਰਿਹਾ ਤੇ ਨਵਜੋਤ ਸਿੱਧੂ ਵੀ ਨਹੀਂ ਛੱਡ ਰਿਹਾ। ਇਹ ਵੀ ਉਹਨਾਂ ਨੇ ਦਾਅਵਾ ਕੀਤਾ ਸੁਖਜਿੰਦਰ ਰੰਧਾਵਾ ਨੇ ਕਿ ਨਵਜੋਤ ਸਿੱਧੂ ਪਾਰਟੀ ਨਹੀਂ ਛੱਡਣਗੇ, ਇਹ ਦਾਅਵਾ ਕਰ ਰਹੇ ਨੇ।
ਪਰ ਉਹਨੇ ਕਿਹਾ ਕਿ ਸਾਡੀਆਂ ਗੱਲਾਂ ਦਾ ਜਵਾਬ ਮਿਲਣਾ ਚਾਹੀਦਾ। ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਅਸੀਂ ਪਹਿਲਾਂ ਕਰਕੇ ਹਟੇ ਹਾਂ? ਬੇਅਦਬੀ ਕਾਂਡ ਤੇ ਗੋਲੀ ਕਾਂਡ ਦੀ ਜਾਂਚ ਤੇ ਦੋਸ਼ੀਆਂ ਨੂੰ ਸਜ਼ਾ। ਹੁਣ ਜਿਹੜੇ ਕੁਝ ਹੋਰ ਇੱਕ ਦੋ ਮੁੱਦੇ ਸਨ ਉਹ ਪਿੱਛੇ ਪੈ ਗਏ ਜਾਪਦੇ ਨੇ। ਨਵਜੋਤ ਸਿੱਧੂ ਗੱਲ ਕਰ ਰਹੇ ਸਨ, ਪਰ ਅੰਦਰ ਖਾਤੇ ਜਦੋਂ ਦੀਆਂ ਖਬਰਾਂ ਇਹ ਆ ਗਈਆਂ ਕਿ ਵਿਜੀਲੈਂਸ ਵੱਲੋਂ ਸ਼ਾਇਦ ਨਵਜੋਤ ਸਿੱਧੂ, ਉਹਨਾਂ ਦੇ ਨਜ਼ਦੀਕੀਆਂ ਤੇ ਕੁਝ ਹੋਰ ਲੋਕ ਜਿਹੜੇ ਕੈਪਟਨ ਸਰਕਾਰ ਦੇ ਵਿਰੁੱਧ ਥੋੜ੍ਹੀ ਜਿਹੀ ਆਵਾਜ਼ ਉਠਾ ਰਹੇ ਸਨ, ਉਹਨਾਂ ਤੇ ਵਿਜੀਲੈਂਸ ਦੀ ਜਾਂਚ ਹੋ ਰਹੀ ਹੈ। ਵਿਜੀਲੈਂਸ ਕਿਸ ਤਰ੍ਹਾਂ ਦੀ ਜਾਂਚ ਕਰ ਰਹੀ ਹੈ? ਸੁਖਜਿੰਦਰ ਰੰਧਾਵਾ ਨੇ ਇਹਦੇ ਬਾਰੇ ਵੀ ਗੱਲ ਆਖੀ ਹੈ। ਉਹਨਾਂ ਨੇ ਕਿਹਾ ਕਿ ਇਹ ਹੁਣ ਸਰਕਾਰ ਦੇ ਪਿੰਜਰੇ ਦਾ ਤੋਤਾ ਬਣ ਚੁੱਕੀ ਹੈ ਤੇ ਇਹ ਵਿਜੀਲੈਂਸ ਉਹੀ ਕਰੇਗੀ ਜੋ ਸਰਕਾਰ ਇਹਨਾਂ ਨੂੰ, ਪੰਜਾਬ ਸਰਕਾਰ ਇਹਨਾਂ ਨੂੰ ਆਖੇਗੀ। ਤੇ ਗੱਲ ਮਾੜੀ ਹੈ, ਇਸ ਤਰ੍ਹਾਂ ਆਵਾਜ਼ ਉਠਾਉਣੀ ਬਣਦੀ ਨਹੀਂ ਕੈਪਟਨ ਅਮਰਿੰਦਰ ਸਿੰਘ ਦੀ। ਜੇ ਵਾਕਿਆ ਨਵਜੋਤ ਸਿੰਘ ਸਿੱਧੂ ਤੇ ਸ਼ਿਕੰਜਾ ਕੱਸਿਆ ਵਿਜੀਲੈਂਸ ਨੇ ਜਾਂ ਉਹਨਾਂ ਨੂੰ ਥੋੜ੍ਹਾ ਜਿਹਾ ਮਰੋੜਿਆ, ਤੇ ਇਸ ਦੀ ਝਲਕ ਜਿਹੜੀ ਆ ਉਹਨਾਂ ਦੇ ਟਵੀਟ ਜਿਹੜੇ ਕੀਤੇ ਜਾ ਰਹੇ ਨੇ, ਟਵੀਟਾਂ ਦੇ ਵਿੱਚੋਂ ਵੀ ਮਿਲਦੀ ਹੈ। ਅੱਜ ਵੀ ਉਹ ਅਸੀਂ ਪ੍ਰੋਗਰਾਮ ਕਰ ਰਹੇ ਤੇ ਉਹ ਟਵੀਟ ਕਰ ਰਹੇ ਨੇ, ਜਿਸ ਵਿੱਚੋਂ ਉਹਨਾਂ ਨੇ ਜਿਹੜੀ ਆਪਣੀ ਤੋਪ ਦਾ ਮੂੰਹ ਹੈ ਉਹ ਹੁਣ ਸਿੱਧਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਟਾ ਕੇ ਥੋੜ੍ਹਾ ਜਿਹਾ ਟੇਢਾ ਕਰ ਲਿਆ ਤੇ ਲੰਬੀ ਵੱਲ ਨੂੰ ਕਰ ਲਿਆ, ਜਾਂ ਗਿੱਦੜਬਾਹੇ ਵੱਲ ਨੂੰ ਉਹਦਾ ਮੂੰਹ ਕਰ ਲਿਆ। ਹਾਂਜੀ, ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ ਵੱਲ ਨੂੰ ਹੋ ਗਏ ਨੇ। ਹੁਣ ਕੀ ਬਾਕੀ ਸਾਥੀ ਜਿਹੜੇ ਨੇ ਉਹ ਕੁਝ ਬੋਲਦੇ ਨੇ ਜਾਂ ਨਹੀਂ ਬੋਲਦੇ ਨੇ, ਜਾਂ ਇਕਜੁੱਟ ਹੁੰਦੇ ਨੇ ਜਾਂ ਨਹੀਂ ਹੁੰਦੇ ਨੇ, ਇਸ ਗੱਲ ਦਾ ਅਜੇ ਅਸੀਂ ਕੁਝ ਨਹੀਂ ਕਹਿ ਸਕਦੇ। ਪਰ ਜਿਹੜਾ ਸਭ ਤੋਂ ਸਨਸਨੀਖੇਜ਼ ਖੁਲਾਸਾ ਪ੍ਰਗਟ ਸਿੰਘ ਨੇ ਕੀਤਾ, ਕੈਂਟ ਤੋਂ ਵਿਧਾਇਕ ਨੇ। ਅੱਛਾ, ਉਹਨਾਂ ਦੇ ਬਾਰੇ ਵੀ ਗੱਲਾਂ ਬਾਤਾਂ ਹੋਈਆਂ। ਰਵਨੀਤ ਬਿੱਟੂ ਕੁਝ ਦਿਨ ਪਹਿਲਾਂ ਬੋਲ ਰਹੇ ਸਨ, ਉਹ ਕਹਿੰਦੇ ਦੇਖੋ ਜੀ ਕਿ ਸਾਨੂੰ ਜਿਹੜਾ ਕਾਂਗਰਸ ਦੇ ਵਿੱਚ ਸਿਸਟਮ ਸਹੀ ਨਹੀਂ ਪੰਜਾਬ ਦੇ ਵਿੱਚ। ਜਿਹੜੇ ਲੋਕ ਇੰਨੇ ਸਾਲਾਂ ਤੋਂ ਕਾਂਗਰਸ ਵਿੱਚ ਜਦੋਜਹਿਦ ਕਰ ਰਹੇ ਸੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ, ਤੇ ਜਿਹੜੇ ਲੋਕ ਬਾਹਰੋਂ ਆਏ ਸੀ ਉਹਨਾਂ ਨੂੰ ਚੱਕ ਕੇ ਤੇ ਮੰਤਰੀ ਮੰਡਲ ਦੇ ਅਹੁਦੇ ਦੇ ਦਿੱਤੇ। ਉਹਨਾਂ ਨੂੰ ਕਿਸੇ ਨੂੰ ਵਿਧਾਇਕ ਬਣਾ ਦਿੱਤਾ, ਕਿਸੇ ਨੂੰ ਐਮਐਲਏ ਦੀ ਟਿਕਟ ਦੇ ਦਿੱਤੀ, ਕਿਸੇ ਨੂੰ ਮੰਤਰੀ ਬਣਾ ਦਿੱਤਾ। ਉਹਨਾਂ ਦਾ ਇਸ਼ਾਰਾ ਨਵਜੋਤ ਸਿੱਧੂ ਜੋ ਕਿ ਭਾਰਤੀ ਜਨਤਾ ਪਾਰਟੀ 'ਚੋਂ ਆਏ ਸਨ, ਮਨਪ੍ਰੀਤ ਸਿੰਘ ਬਾਦਲ ਜੋ ਕਿ ਅਕਾਲੀ ਦਲ ਜਾਂ PPP ਦੇ ਵਿੱਚੋਂ ਆਏ ਸਨ, ਤੇ ਪ੍ਰਗਟ ਸਿੰਘ ਜੋ ਕਿ ਅਕਾਲੀ ਦਲ ਦੇ ਪਹਿਲਾਂ ਵਿਧਾਇਕ ਸਨ, ਉਹਨਾਂ ਵੱਲ ਸੀ। ਹੁਣ ਇਹ ਤੇ ਫੈਸਲਾ ਇੱਕ ਤਰਫਾ ਤੇ ਫੈਸਲਾ ਨਹੀਂ ਸੀ, ਸਾਰਿਆਂ ਨੇ ਜਦੋਂ ਦਿੱਤਾ ਹੈ ਤੇ ਕਿਸੇ ਨੇ ਉਦੋਂ ਵਿਰੋਧ ਤਾਂ ਨਹੀਂ ਕੀਤਾ। ਉਹ ਸੀਨੀਅਰਟੀ ਦੀ ਗੱਲ ਕਰ ਰਹੇ ਨੇ, ਉਹਨਾਂ ਦਾ ਆਪਣਾ ਮੁੱਦਾ ਹੈ ਰਵਨੀਤ ਬਿੱਟੂ ਦਾ। ਪਰ ਹੁਣ ਜੇ ਇਸ ਮੁੱਦੇ ਤੇ ਜੋ ਪ੍ਰਗਟ ਸਿੰਘ ਨੇ ਗੱਲ ਆਖੀ ਹੈ ਬੜੀ ਸੀਰੀਅਸ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਦੇ PA ਸੁਦੀਪ ਸਿੱਧੂ ਨੇ ਮੈਨੂੰ ਫੋਨ ਕਰਕੇ ਗੱਲ ਆਖੀ ਹੈ ਕਿ ਤੁਸੀਂ ਬੇਅਦਬੀ ਕਾਂਡ ਤੇ ਗੋਲੀ ਕਾਂਡ ਦੀ ਗੱਲ ਕਰਨੀ ਬੰਦ ਕਰ ਦਿਓ, ਕਿਉਂਕਿ ਪ੍ਰਗਟ ਸਿੰਘ ਵੀ ਕਈ ਦਿਨਾਂ ਤੋਂ ਪ੍ਰੈਸ ਕਾਨਫਰੰਸਾਂ ਕਰਕੇ ਮੈਂ ਸਮਝਦਾ ਕਿ ਉਹਨਾਂ ਨੂੰ ਕਵਰੇਜ ਭਾਵੇਂ ਇੰਨੀ ਜ਼ਿਆਦਾ ਨਾ ਮਿਲੀ ਹੋਵੇ, ਪਰ ਨਵਜੋਤ ਸਿੱਧੂ ਨਾਲੋਂ ਜ਼ਿਆਦਾ ਸਿੱਧੇ ਤਰੀਕੇ ਨਾਲ ਆਪਣੀ ਸਰਕਾਰ ਤੇ ਸਵਾਲ ਉਠਾ ਰਹੇ ਸਨ ਕਿ ਆਹ ਗੱਲਾਂ ਦੇ ਲੋਕ ਸਾਨੂੰ ਸਵਾਲ ਪੁੱਛਣਗੇ ਤੇ ਸਾਡੇ ਕੋਲ ਜਵਾਬ ਨਹੀਂ ਆਉਣਾ ਜੀ। ਸੋ ਉਹਨਾਂ ਨੇ ਹੁਣ ਗੱਲ ਕੀਤੀ ਹੈ ਕਿ ਮੈਨੂੰ ਕੈਪਟਨ ਦੇ PA ਦਾ ਇਹ ਫੋਨ ਆਇਆ, ਵੀਰਵਾਰ ਨੂੰ ਉਹਨਾਂ ਨੇ ਕਿਹਾ ਫੋਨ ਆਇਆ, ਜਦ ਕਿ ਖੁਲਾਸਾ ਉਹਨਾਂ ਨੇ ਅੱਜ ਕੀਤਾ ਸੋਮਵਾਰ ਨੂੰ। ਉਹਨਾਂ ਕਿਹਾ ਕਿ ਮੈਨੂੰ ਫੋਨ ਆਇਆ ਕਿ ਤੁਸੀਂ ਇਹਨਾਂ ਤੇ ਆਵਾਜ਼ ਉਠਾਉਣੀ ਜਿਹੜੀ ਹੈ ਬੇਅਦਬੀ ਕਾਂਡ ਦੀ, ਵਾਰ-ਵਾਰ ਤੇ ਗੋਲੀ ਕਾਂਡ ਦੀ ਗੱਲ ਕਰਨੀ ਬੰਦ ਕਰੋ, ਨਹੀਂ ਤਾਂ ਤੁਹਾਡੇ ਖਿਲਾਫ ਕੋਈ ਨਾ ਕੋਈ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ, ਤੇ ਮੈਨੂੰ ਧਮਕੀ ਦਿੱਤੀ ਆ। ਇਹ ਗੱਲ ਪ੍ਰਗਟ ਸਿੰਘ ਨੇ ਆਖੀ ਹੈ। ਉਹਨਾਂ ਨੇ ਨਾਲ ਇਹ ਵੀ ਆਖ ਦਿੱਤਾ ਹੈ ਕਿ ਮੈਂ ਧਮਕੀ ਤੋਂ ਡਰਨ ਵਾਲਾ ਨਹੀਂ, ਤੇ ਜੇ ਬੇਅਦਬੀ ਕਾਂਡ ਜਾਂ ਗੋਲੀ ਕਾਂਡ ਦੀ ਜਿਹੜੀ ਗੱਲ ਕਰਨੀ ਗੁਨਾਹ ਹੈ ਤੇ ਮੈਂ ਗੁਨਾਹ ਕਰਦਾ ਰਹਾਂਗਾ, ਪਰ ਸਰਕਾਰ ਜਿੱਥੇ ਜਵਾਬਦੇਹ ਹੈ ਉਹ ਜਵਾਬਦੇਹ ਰਵੇ। ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਦੇ ਸਾਥੀ ਵੀ ਕੁਝ ਬੋਲੇ ਸਨ ਜੋ ਪਿਛਲੇ ਦਿਨਾਂ ਦੇ ਵਿੱਚ, ਤੇ ਧੜੇਬੰਦੀ ਜਿਹੜੀ ਸੀ ਉਹ ਉੱਪਰਲੀਆਂ ਸਫਾਂ ਦੇ ਵਿੱਚ ਸਾਹਮਣੇ ਆਉਣ ਲੱਗੀ ਸੀ। ਉਹਨਾਂ ਨੂੰ ਤੇ ਹਾਈ ਕਮਾਂਡ ਨੇ ਕਹਿੰਦੇ ਨੇ ਕਿ ਚੁੱਪ ਕਰਾ ਦਿੱਤਾ ਕਿ ਭਾਈ ਤੁਸੀਂ ਨਹੀਂ ਬੋਲਣਾ, ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ। ਪਰ ਇਹ ਜੰਗ ਜਿਹੜੀ ਚੱਲ ਰਹੀ ਹੈ, ਅੰਦਰੂਨੀ ਲੜਾਈ, ਇੱਕ ਖਾਨਾ ਜੰਗੀ ਜਿਹੜੀ ਹੈ ਇਹਨੂੰ ਕਹਿ ਸਕਦੇ ਹਾਂ ਅੰਦਰੂਨੀ, ਇਹ ਕਿੱਧਰ ਨੂੰ ਜਾਵੇਗੀ ਤੇ ਹਾਈ ਕਮਾਂਡ ਕੀ ਫੈਸਲਾ ਲੈਂਦੀ ਹੈ? ਜਿਹੜੀ ਹਾਈ ਕਮਾਂਡ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਜਿਨ੍ਹਾਂ ਦੇ ਬਾਰੇ ਗੱਲ ਵੀ ਨਹੀਂ ਕੀਤੀ ਜਾ ਸਕਦੀ ਇਸ ਵੇਲੇ, ਉਹ ਕੋਈ ਠੋਸ ਫੈਸਲਾ ਲੈ ਹੀ ਨਹੀਂ ਰਹੇ ਕਿਸੇ ਪਾਸੇ। ਜੋ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ 4 ਸੂਬਿਆਂ ਦੇ ਵਿੱਚ ਹਾਲ ਹੋਇਆ, ਉਹਨਾਂ ਤੋਂ ਕੋਈ ਬਹੁਤੀ ਉਮੀਦ ਨਹੀਂ ਰੱਖੀ ਜਾ ਸਕਦੀ। ਪਰ ਅਜੇ ਲੱਗਦਾ ਹੈ ਕਿ ਲੜਾਈ ਅਜੇ ਤੇਜ਼ ਹੋਵੇਗੀ, ਬਸ਼ਰਤੇ ਕਿ ਵਿਜੀਲੈਂਸ ਕੋਈ ਆਪਣਾ ਕਾਰਾ ਕਰ ਜਾਵੇ। ਜੀ ਸ਼ਰਮਾ ਜੀ, ਜੇ ਪੰਜਾਬ ਤੋਂ ਬਾਅਦ ਹਰਿਆਣਾ ਦੀ ਗੱਲ ਕਰੀਏ ਤੇ ਉੱਥੇ ਖੱਟਰ ਸਰਕਾਰ ਨੇ ਕਿਸਾਨਾਂ ਤੇ ਤਸ਼ੱਦਦ ਕੀਤਾ ਆ, ਕੀ ਹੈ ਪੂਰਾ ਮਾਮਲਾ? ਦੇਖੋ, ਇਹ ਜਿਹੜੇ ਰਾਜਸੀ ਲੋਕ ਆ ਨਾ, ਇਹਨਾਂ ਦਾ ਜਿਹੜਾ ਮੋਹ ਆ ਉਹ ਲੋਕਾਂ ਦੀ ਭੀੜ ਤੋਂ ਤੇ ਲੋਕਾਂ ਦੇ ਵਿੱਚ ਬਣੇ ਰਹਿਣ ਤੋਂ ਭੰਗ ਨਹੀਂ ਹੋਇਆ। ਆਪ ਹੀ ਇਹ ਸਭ ਤੋਂ ਜ਼ਿਆਦਾ SOPs ਬਣਾਈਆਂ ਨੇ ਕਿ ਕਰੋਨਾ ਦੇ ਵਿੱਚ ਇਦਾਂ ਕਰੋ ਤੇ ਇਦਾਂ ਨਾ ਕਰੋ। ਪਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਕੱਲ ਕੰਮ ਕੀਤਾ, ਪਹਿਲਾਂ ਤੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਜਦੋਂ ਘਰੋਂ ਨਿਕਲਿਆ ਕਿ ਮੈਂ ਇੱਕ ਕਰੋਨਾ ਵਾਲੇ ਹਸਪਤਾਲ ਦਾ ਉਦਘਾਟਨ ਕਰਨ ਜਾ ਰਿਹਾ। ਤੇ ਕਰੋਨਾ ਇੱਕ ਇਹੋ ਜਿਹੀ ਬਿਮਾਰੀ ਆ ਜਿਹੜੀ ਅਸੀਂ ਕਹਿੰਦੇ ਆ ਕਿ ਲਾਗ ਦੀ ਬਿਮਾਰੀ ਆ, ਬੰਦੇ ਤੋਂ ਬੰਦੇ ਨੂੰ ਛੂਹਣ ਨਾਲੋਂ ਫੈਲਦੀ ਹੈ। ਤੇ ਫਿਰ ਉਹ ਆਪਣਾ ਲਾਮ ਲਸ਼ਕਰ ਲੈ ਕੇ ਕੀ ਸੋਚ ਕੇ ਗਏ ਉਹ ਹਸਪਤਾਲ ਦਾ ਉਦਘਾਟਨ ਕਰਨ ਲਈ? ਸਭ ਤੋਂ ਪਹਿਲੀ ਤੇ ਵੱਡੀ ਜਿਹੜੀ ਗੱਲ ਆ ਉਹ ਇਹ ਸੋਚਣ ਵਾਲੀ ਹੈ। ਫਿਰ ਉੱਥੇ ਦੂਸਰੀ ਗੱਲ ਅਸੀਂ ਦੇਖਦੇ ਹਾਂ ਕਿ ਸਾਰੇ ਭਾਰਤ ਵਿੱਚ ਕਿਸਾਨ ਜਿਹੜੇ ਆ ਇੱਕ ਸਮੱਸਿਆ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਪਿਛਲੇ 6 ਮਹੀਨਿਆਂ ਤੋਂ ਜੁਟੇ ਹੋਏ ਨੇ। ਪੰਜਾਬ ਤੇ ਹਰਿਆਣਾ ਉਸ ਅੰਦੋਲਨ ਦਾ ਜਿਹੜਾ ਆ ਮੁੱਢ ਆ। ਤੇ ਹਰਿਆਣੇ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਪਿਛਲੇ 5-6 ਮਹੀਨਿਆਂ ਤੋਂ ਕੋਈ ਐਸਾ ਲੀਡਰ ਨਹੀਂ ਹੈਗਾ ਸਰਕਾਰ ਦਾ ਜਾਂ ਜਿਹੜੀ ਉਹਨਾਂ ਦੀ ਸਰਕਾਰ ਦੀ ਭਾਈਵਾਲੀ ਪਾਰਟੀ ਆ ਜਿਹਦਾ ਵਿਰੋਧ ਨਹੀਂ ਹੋਇਆ। ਤੇ ਮੁੱਖ ਮੰਤਰੀ ਸਾਹਿਬ ਨੇ ਪਤਾ ਨਹੀਂ ਕੀ ਸੋਚਿਆ ਹੋਣਾ, ਜਾਂ ਉਹਨਾਂ ਨੂੰ ਇਸ ਗੱਲ ਦੀ
ਗਲਤਫਹਿਮੀ ਹੋ ਗਈ ਕਿ ਕਰੋਨਾ ਫੈਲਿਆ ਹੋਇਆ ਤੇ ਕਿਸਾਨ ਮੇਰਾ ਵਿਰੋਧ ਕਰਨ ਨਹੀਂ ਆਉਣਗੇ। ਬਿਲਕੁਲ। ਪਰ ਉਹ ਹਿਸਾਰ ਦੇ ਵਿੱਚ ਓਪੀ ਜਿੰਦਲ ਸਕੂਲ ਆ, ਉੱਥੇ ਜਿੰਦਲ ਇੰਡਸਟਰੀਜ਼ ਦਾ ਜਿਹੜਾ ਹੈਗਾ ਵੱਡਾ ਸਕੂਲ ਆ, ਉੱਥੇ ਉਹਨਾਂ ਨੇ ਇੱਕ ਆਰਜੀ ਤੌਰ ਤੇ ਹਸਪੀਟਲ ਬਣਾਇਆ, 300 ਬੈੱਡ ਦਾ, ਉਹਦਾ ਉਦਘਾਟਨ ਕਰਨ ਚਲੇ ਗਏ। ਪਹਿਲਾਂ ਤੇ ਉਹ ਕਰੋਨਾ ਦਾ ਜਿਹੜਾ ਦੌਰ ਆ ਉਹਦੇ ਵਿੱਚ ਉਹਨਾਂ ਦੇ ਉੱਤੇ ਹੀ ਕਾਰਵਾਈ ਕਰਨੀ ਬਣਦੀ ਆ, ਪਰ ਗੱਲ ਤਾਂ ਇਹ ਆ ਵੀ ਰਾਣੀ ਨੂੰ ਕੌਣ ਕਹੂਗਾ ਤੂੰ ਅੱਗਾ ਢੱਕ। ਆਪ ਸਰਕਾਰ ਦੇ ਮੁਖੀ ਨੇ, ਉਸੇ ਸਟੇਟ ਦੇ ਵਿੱਚ ਉਹਨਾਂ ਦੀ ਸਰਕਾਰ ਆ ਤੇ ਉਹ ਉਦਘਾਟਨ ਕਰਨ ਜਾਣਗੇ। ਤੇ ਉੱਥੇ ਫਿਰ ਕਿਸਾਨਾਂ ਦਾ ਜਦੋਂ ਉਹਨਾਂ ਨੇ ਵਿਰੋਧ ਕੀਤਾ ਤੇ ਕਿਸਾਨਾਂ ਦੇ ਨਾਲ ਉੱਥੇ ਝੜਪ ਹੋਈ ਆ ਪੁਲਿਸ ਦੀ। 30 ਤੋਂ ਜ਼ਿਆਦਾ ਪੁਲਿਸ ਵਾਲੇ ਜਿਹੜੇ ਮੁਲਾਜ਼ਮ ਆ 20 ਦੇ ਨੇੜੇ ਤੇੜੇ ਉਹਨਾਂ 'ਚ ਉਹ ਜ਼ਖਮੀ ਦੱਸੇ ਗਏ ਤੇ 50 ਤੋਂ ਜ਼ਿਆਦਾ ਕਿਸਾਨ ਉਸ ਕੇਸ ਦੇ ਵਿੱਚ ਜ਼ਖਮੀ ਦੱਸੇ ਗਏ ਨੇ। ਬਾਅਦ ਵਿੱਚ ਬਹੁਤ ਸਾਰੇ ਕਿਸਾਨਾਂ ਨੂੰ ਫੜਿਆ, ਉੱਥੋਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੀਆਂ। ਤੇ ਕਿਸਾਨ ਅੰਦੋਲਨ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਫਿਰ ਉਹਦੇ ਲਈ ਆਪਣਾ 2-3 ਘੰਟੇ ਲਈ ਜਿਹੜੇ ਸਾਰੇ ਹਰਿਆਣੇ ਦੇ ਵੱਡੇ ਸ਼ਾਹ ਮਾਰਗ ਸੀ ਉਹ ਬੰਦ ਕੀਤੇ। ਉਸ ਤੋਂ ਬਾਅਦ ਉਹ ਬੰਦੇ ਛੱਡ ਤਾਂ ਦਿੱਤੇ ਗਏ ਨੇ, ਪਰ ਸਵਾਲ ਇਹ ਉੱਠਦਾ ਵੀ ਕੀ ਮੁੱਖ ਮੰਤਰੀ ਨੂੰ ਇਸ ਦੌਰ ਦੇ ਵਿੱਚ ਹਸਪਤਾਲ ਦਾ ਉਦਘਾਟਨ ਕਰਨਾ ਚਾਹੀਦਾ ਸੀ ਜਾਂ ਡਾਕਟਰਾਂ ਨੂੰ ਕਹਿਣਾ ਚਾਹੀਦਾ ਸੀ ਵੀ ਉੱਥੇ ਪੇਸ਼ੈਂਟਸ ਨੂੰ ਲੈ ਕੇ ਜਾਓ ਤੇ ਉਹਨਾਂ ਦਾ ਜਿਹੜਾ ਇਲਾਜ ਆ ਉਹਨੂੰ ਕੀਤਾ ਜਾਵੇ। ਪਰ ਉਹ ਜਿਹੜਾ ਗੱਲ ਆ ਉਹ ਤੁਸੀਂ ਸਮਝਦੇ ਆ ਵੀ ਲੀਡਰ ਜਿਹੜੇ ਆ ਉਹ ਆਪਣੀ ਵਾਹਵਾਹੀ ਚਾਹੁੰਦੇ ਨੇ, ਹੋਰ ਇਹਨਾਂ ਨੂੰ ਕੋਈ ਮਤਲਬ। ਬਿਲਕੁਲ ਕੁਲਦੀਪ ਜੀ, ਪਿਛਲੇ ਕਈ ਦਿਨਾਂ ਤੋਂ 5G ਨੈਟਵਰਕ ਨੂੰ ਲੈ ਕੇ ਬੜਾ ਭੰਬਲ ਭੂਸਾ ਹੋਇਆ ਹੈ ਤੇ ਅਸਲ ਕਹਾਣੀ ਕੀ ਹੈ? ਦੇਖੋ, ਗੱਲ ਇਹ ਆ ਕਿ ਜੇ ਖੋਜ ਵੱਲ ਜਾਈਏ ਨਾ, ਪਿਛਲੇ ਸਾਲਾਂ ਦੇ ਵਿੱਚ ਕਿਹਨਾਂ ਚੀਜ਼ਾਂ ਤੇ ਰੌਲਾ ਪੈਂਦਾ ਰਿਹਾ। ਤੇ ਇਹ ਵੀ ਤੇ ਕਿਤੇ ਕਹਿੰਦੇ ਆਖਿਆ ਜਾਂਦਾ ਸੀ, ਬਜ਼ੁਰਗ ਦੱਸਦੇ ਹੁੰਦੇ ਸਨ ਕਿ ਜਦੋਂ ਭਾਖੜਾ ਡੈਮ ਪੰਜਾਬ ਦੇ ਵਿੱਚ ਬਣਾਇਆ ਗਿਆ ਤੇ ਕਿਸਾਨਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਗਿਆ ਕਿ ਜਿਹੜਾ ਪਾਣੀ ਤੁਹਾਨੂੰ ਖੇਤਾਂ ਨੂੰ ਲਾਉਣ ਨੂੰ ਦਿੱਤਾ ਜਾ ਰਿਹਾ ਡੈਮ ਤੋਂ ਬਾਅਦ ਨਹਿਰਾਂ ਦੇ ਜ਼ਰੀਏ, ਤੇ ਉਹਦੇ ਵਿੱਚੋਂ ਬਿਜਲੀ ਤੇ ਕੱਢ ਲਈ ਹੈ ਤੇ ਪਾਣੀ ਵਿੱਚ ਕੀ ਬਚਿਆ। ਪਰ ਇਸ ਤਰ੍ਹਾਂ ਕਹਿੰਦੇ ਨੇ ਕਿ ਜਦੋਂ ਕੋਈ ਟੈਕਨੋਲੋਜੀ ਆਉਂਦੀ ਤਾਂ ਉਸ ਦੀ ਵਿਰੋਧਤਾ ਹੁੰਦੀ ਹੈ। ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕਿ ਜਦੋਂ ਟੈਕਨੋਲੋਜੀ ਦੀ ਵਿਰੋਧਤਾ ਹੁੰਦੀ ਹੈ ਤਾਂ 100% ਝੂਠੀ ਹੁੰਦੀ ਹੈ। ਬਹੁਤਿਆਂ ਕੇਸਾਂ ਵਿੱਚ ਸੱਚ ਵੀ ਹੋ ਸਕਦੀ ਹੈ, ਬਹੁਤਿਆਂ ਨਹੀਂ, ਥੋੜ੍ਹੇ ਕੇਸਾਂ ਵਿੱਚ। ਹੁਣ ਟੀਵੀ ਜਦੋਂ ਕਹਿੰਦੇ ਆਇਆ ਤੇ ਇਸ ਦੀ ਗੱਲ ਵੀ ਇਦਾਂ ਹੀ ਹੋਈ ਸੀ, ਔਰ ਇਹਦੀ ਵਿਰੋਧਤਾ ਕਈ ਦੇਸ਼ਾਂ ਦੇ ਵਿੱਚ ਕਈ ਤਰੀਕਿਆਂ ਨਾਲ ਹੋਈ, ਪਰਿਵਾਰਾਂ ਦੇ ਵਿੱਚ ਹੋਈ, ਸਮਾਜ ਦੇ ਕਈ ਹਿੱਸਿਆਂ ਦੇ ਵਿੱਚ ਹੋਈ, ਸਾਡੇ ਆਪਣੇ ਸਮਾਜ ਦੇ ਵਿੱਚ ਸੀ। ਇਸੇ ਤਰ੍ਹਾਂ ਜਦੋਂ ਤੋਂ ਮੋਬਾਈਲ ਜਿਹੜਾ ਸੀ ਕਾਰੋਬਾਰ ਜਿਹੜਾ ਸੀ ਸ਼ੁਰੂ ਹੋਇਆ, ਮੋਬਾਈਲ ਫੋਨ ਜਿਹੜੇ ਸੀ ਲੋਕਾਂ ਨੇ ਸੈੱਲ ਫੋਨ ਜਿਹੜੇ ਸੀ ਵਰਤਣੇ ਸ਼ੁਰੂ ਕੀਤੇ, ਇਸ ਦੇ ਨਾਲ ਵੀ ਸਾਰਾ ਕੁਝ ਜੁੜ ਗਿਆ। ਪਹਿਲਾਂ ਫੋਨ ਆਉਂਦੇ ਸੀ, ਕਹਿੰਦੇ ਸੀ ਕਿ ਉਸ ਨੂੰ ਜਿਹੜੇ ਜੇਬ ਦੇ ਵਿੱਚ ਫਰੰਟ ਜੇਬ ਦੇ ਵਿੱਚ ਨਾ ਪਾਓ ਤੇ ਉਸ ਨਾਲ ਜਿਹੜਾ ਦਿਲ ਦੇ ਰੋਗ ਦਾ ਖਤਰਾ ਵੱਧ ਜਾਂਦਾ। ਫਿਰ ਹੌਲੀ ਸਾਰਿਆਂ ਕੋਲ ਸ਼ਾਇਦ ਕੋਈ ਜੇਬ ਹੀ ਨਹੀਂ ਬਚੀ, ਹੁਣ ਉਹ ਰੱਖਦੇ ਹੱਥ ਵਿੱਚ ਨੇ। ਸਾਈਜ਼ ਕਿੰਨੇ ਵੱਡੇ ਹੋ ਗਏ ਨੇ ਫੋਨਾਂ ਦੇ, ਔਰ ਇਹ ਕਿੰਨੀਆਂ ਕਿਸਮਾਂ ਦੇ ਰੇਡੀਏਸ਼ਨ ਜਿਹੜੇ ਫੋਨ ਪੈਦਾ ਕਰਦੇ ਨੇ। ਮੈਂ ਗੱਲ ਨੂੰ ਸਮ ਅਪ ਕਰਾਂ ਕਿ ਖੋਜ ਜਿੰਨੀ ਕੁ ਹੋਈ ਹੈ, ਮੈਂ ਉਸ ਦੇ ਆਧਾਰ 'ਤੇ ਮੈਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਆ ਕਰਨੀ ਚਾਹੁੰਦਾ। WHO ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 2011 ਦੇ ਵਿੱਚ ਆਖਿਆ ਸੀ ਕਿ ਮੋਬਾਈਲ ਫੋਨ ਵਰਤਣ ਨਾਲ ਕਿਸੇ ਕਿਸਮ ਦੀ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮੋਬਾਈਲ ਤਰੰਗਾਂ ਨੇ ਜਿਹੜੀਆਂ ਟਾਵਰ ਦੇ ਨਾਲ ਜਦੋਂ ਫੋਨ ਜੁੜਦਾ ਹੈ ਤੇ ਉਹਦੀ ਰੇਡੀਏਸ਼ਨ ਜਿਹੜੀ ਹੈ, ਕਿਰਨਾਂ ਜਿਹੜੀਆਂ ਹਨ ਉਹ ਕਰਸੈਨੋਜੈਨਿਕ ਹਨ, ਭਾਵ ਕੈਂਸਰ ਉਹਨਾਂ ਨਾਲ ਹੋ ਸਕਦਾ। ਹੁਣ ਦੋ ਗੱਲਾਂ ਆਪਾਂ ਵਿਰੋਧੀ ਨੇ। ਫਿਰ ਹੌਲੀ ਖੋਜ ਅੱਗੇ ਵਧੀ ਹੈ ਤੇ ਇਸ ਤੋਂ ਇਲਾਵਾ ਮੋਬਾਈਲ ਫੋਨ ਦੀ ਰੇਡੀਏਸ਼ਨ ਦੇ ਵਿੱਚ ਚੂਹਿਆਂ ਤੇ ਜਦੋਂ ਟੈਸਟ ਕੀਤੇ ਗਏ 2018 ਦੇ ਆਸ-ਪਾਸ ਅਮਰੀਕਾ ਦੇ ਵਿੱਚ, ਨਰ ਚੂਹਿਆਂ ਨੂੰ ਜਦੋਂ 9 ਘੰਟੇ ਵਾਸਤੇ ਲਗਾਤਾਰ 2 ਸਾਲ ਮੋਬਾਈਲ ਫੋਨ ਦੀ ਰੇਡੀਏਸ਼ਨ ਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਦੇ ਵਿੱਚ ਕੈਂਸਰ ਦੇ ਕੁਝ ਅੰਸ਼ ਸੀ ਉਹ ਮਿਲੇ ਤੇ ਮਾਦਾ ਚੂਹਿਆਂ ਦੇ ਵਿੱਚ ਉਹ ਨਹੀਂ ਮਿਲੇ। ਹੁਣ ਫਿਰ 5G ਦਾ ਜਦੋਂ ਪ੍ਰਸਾਰ ਹੋਇਆ ਤੇ 5G ਦੇ ਬਾਰੇ ਵੀ ਇਸ ਤਰ੍ਹਾਂ ਦਾ ਪ੍ਰਚਾਰ ਹੋਇਆ। ਯੂਰਪੀਅਨ ਯੂਨੀਅਨ ਦੇ ਵਿੱਚ ਕਈ ਦੇਸ਼ਾਂ ਨੇ ਆਖ ਦਿੱਤਾ ਕਿ ਸਾਨੂੰ ਇਸ ਦੀ ਮਨਜ਼ੂਰੀ ਅਜੇ ਤੱਕ ਦੇਣ ਦੀ ਲੋੜ ਨਹੀਂ, ਜਦੋਂ ਤੱਕ ਸਾਡੇ ਸਾਇੰਸਦਾਨ ਇਹ ਨਹੀਂ ਆਖ ਦਿੰਦੇ ਕਿ ਇਹ ਸੁਰੱਖਿਅਤ ਹੈ। ਤੇ UK ਦੇ ਵਿੱਚ ਕਈ ਟਾਵਰ ਵੀ ਭੰਨ ਦਿੱਤੇ ਗਏ 5G ਦੇ। 5G ਬਾਰੇ ਦੋ ਕੁ ਗੱਲਾਂ ਨੇ, ਇੱਕ ਤਾਂ ਪਾਵਰ ਘੱਟ ਵਰਤਦਾ ਤੇ ਇਸ ਦੀ ਦੱਸਿਆ ਜਾ ਰਿਹਾ ਸਾਇੰਸਦਾਨਾਂ ਮੁਤਾਬਕ ਕਿ ਇਸ ਦੀ ਰੇਡੀਏਸ਼ਨ ਸਗੋਂ ਘੱਟ ਹੈ, ਇਹ ਰੇਡੀਏਸ਼ਨ ਟਰਾਂਸਮਿਟ ਵੀ ਘੱਟ ਕਰਦਾ ਕਿਉਂਕਿ ਪਾਵਰ ਹੀ ਘੱਟ ਵਰਤ ਰਿਹਾ ਹੈ। ਦੂਸਰਾ, ਇਸ ਦੇ ਨਾਲ ਜਿਹੜੇ ਕਨੈਕਟੀਵਿਟੀ ਹੁੰਦੀ ਹੈ ਹੋਰ ਚੀਜ਼ਾਂ ਦੀ, ਉਸ ਦੀ ਰੇਡੀਏਸ਼ਨ ਵੀ ਘੱਟ ਜਾਂਦੀ ਕਿਉਂਕਿ ਇਹ ਖੁਦ ਪਾਵਰ ਹੀ ਘੱਟ ਵਰਤਦਾ। ਮੋਬਾਈਲ ਟਾਵਰਾਂ ਦੀ ਗਿਣਤੀ 5G ਦੇ ਨਾਲ ਵੱਧ ਲਾਉਣੀ ਪਏਗੀ। ਜਿਸ ਜਗ੍ਹਾ ਤੇ 4G ਦੇ ਟਾਵਰ ਜੇ 500 ਲਾਉਣੇ ਪੈਂਦੇ ਨੇ ਤਾਂ ਇਸ ਤੇ ਹੋ ਸਕਦਾ 700 ਲਾਉਣੇ ਪੈਣ ਕਿਉਂਕਿ ਘੱਟ ਪਾਵਰ ਤੇ ਕੰਮ ਕਰਦੇ ਨੇ। ਸਾਊਥ ਕੋਰੀਆ ਇੱਕ ਅਜਿਹਾ ਮੁਲਕ ਹੈ, ਦੱਖਣੀ ਕੋਰੀਆ, ਜਿੱਥੇ ਕਿ ਇਹ 5G ਸਭ ਤੋਂ ਪਹਿਲਾਂ ਅਡੈਪਟ ਕੀਤਾ ਗਿਆ ਤੇ ਪੂਰਨ ਤੌਰ ਤੇ ਲਾਗੂ ਕਰ ਦਿੱਤਾ ਗਿਆ ਹੈ 5G। ਪਰ ਉੱਥੇ ਦੀ ਇਹਨੂੰ ਕੋਵਿਡ ਦੇ ਨਾਲ ਵੀ ਜੋੜਿਆ ਗਿਆ ਕਿ ਕਰੋਨਾ ਦੇ ਕੇਸ ਇਸ ਨਾਲ ਵੱਧਦੇ ਨੇ 5G ਦੇ ਨਾਲ। ਪਰ ਦੱਸ ਦੇਵਾਂ ਕਿ ਦੱਖਣੀ ਕੋਰੀਆ ਉਹਨਾਂ ਮੁਲਕਾਂ ਦੇ ਵਿੱਚ ਹੈ ਜਿੱਥੇ ਕਰੋਨਾ ਤੇ ਬਹੁਤ ਤਕੜੇ ਤਰੀਕੇ ਨਾਲ ਕਾਬੂ ਪਾਇਆ ਗਿਆ ਤੇ ਬਹੁਤ ਵਧੀਆ ਤਰੀਕੇ ਨਾਲ ਲੋਕ ਜੀ ਰਹੇ ਨੇ। ਸੋ ਹਾਲ ਦੀ ਘੜੀ ਕੋਈ ਸਾਇੰਟੀਫਿਕ ਦਾਅਵਾ ਜਿਹੜਾ ਹੈ, ਸਾਇੰਸ ਦਾ ਦਾਅਵਾ ਅਜਿਹਾ ਨਹੀਂ ਹੈ ਜਿਸ ਨਾਲ ਇਹ ਸਾਬਤ ਹੁੰਦਾ ਹੋਵੇ ਕਿ 5G ਜਿਹੜਾ ਹੈ ਇਨਸਾਨੀ ਸਿਹਤ ਲਈ ਖਤਰਨਾਕ ਹੈ। ਪਰ ਹਾਂ, ਜਿੰਨੇ ਕੋ ਕਹਿੰਦੇ ਕਿ ਪਹਿਲੇ ਜਿਹੜੇ 2G 3G 4G ਸਾਰੇ ਜਿੰਨੇ ਕੋ ਕੈਂਸਰਸ ਜਾਂ ਕਰਸੈਨੋਜੈਨਿਕ ਜਾਂ ਖਤਰਨਾਕ ਹੋ ਸਕਦੇ ਨੇ, ਉਸ ਤਰ੍ਹਾਂ ਦੀ ਗੱਲਬਾਤ ਇਹਦੇ ਵਿੱਚ ਵੀ ਬਣੀ ਰਹੇਗੀ। ਜੀ, ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਕੁਲਦੀਪ ਜੀ ਸ਼ਰਮਾ ਜੀ, ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ।
ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।